सो सतगुर माहे समाना, एह बाणी जो जियों जाने, तिस अंतर रवे हर नाम। बाणी गुरु गुरु है बाणी, विच बाणी अमृत सारे। गुर बाणी कहे सेवक जन माने, पर तक गुरु निस्तारे। बाणी बिरलो विचार सी, जे को गुरमुख होए। एह बाणी महापुरख की, निज घर वासा होए। सोहेला राग गौड़ी दीप की, महल्ला पहला। एक ओंकार सतगुर प्रसाद, जै कर कीरत आखिए। करते का होए विचारो, तित कर गावो सोहेला। शिवर हो सिरजनहारो, तुम गावो। मेरे निरपौ का सोहेला, हाँ वारी। जित सोहेल सदा सुख होए रहाओ। नित नित जीहड़े संभालियन, दिखेगा देवन हार। तेरे दान कीमत ना पवै, तिस दाते कवन सुमार। संबत साहा लिखिया, मिल कर पावो तेल। देहो सजन असीसड़ियां, ज्यों होवे साहिब स्यों मेल। कर कर एहो पहुँचा, सदड़े नित पवन।
ਸਦਨ ਹਾਰਾ ਸਿਮਰਿਐ। ਨਾਨਕ ਸੇ ਦੇਹ ਅਵੰਨ ਘਰ ਘਰ ਇਹੋ ਪਹੁੰਚਾ। ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਐ। ਨਾਨਕ ਸੇ ਦੇਹ ਅਵੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਇਹ ਪਾਵਨ ਸ਼ਬਦ ਜੋ ਸਾਡੀ ਨਿਤਨੇਮ ਦੀ ਬਾਣੀ ਸੋਹਿਲਾ ਹੈ, ਉਸ ਦਾ ਪਹਿਲਾ ਸ਼ਬਦ ਅੱਜ ਆਪ ਜੀ ਨੇ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਭਾਈ ਭੁਪਿੰਦਰ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਇੱਕ ਜ਼ਰੂਰੀ ਬੇਨਤੀ ਕੱਲ੍ਹ ਵੀ ਕੀਤੀ ਸੀ ਕਿ ਇਸ ਬਾਣੀ ਦਾ ਨਾਂ ਸੋਹਿਲਾ ਹੈ। ਸਾਹਿਬ ਅਸੀਂ ਸਤਿਕਾਰ ਵਜੋਂ ਬੋਲਦੇ ਹਾਂ, ਇਹਨੂੰ ਕੀਰਤਨ ਸੋਹਿਲਾ ਨਹੀਂ ਕਹਿਣਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਨਾਮ ਲਿਖਿਆ ਹੈ, ਸਾਨੂੰ ਉਹਦੇ ਤੇ ਭਰੋਸਾ ਕਰਨਾ ਚਾਹੀਦਾ ਹੈ। ਕਈ ਵਾਰੀ ਅਸੀਂ ਆਪਣੀ ਮਤ ਦੇ ਨਾਲ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਗੁਰੂ ਜੀ ਤੋਂ ਗਲਤੀ ਹੋ ਗਈ, ਭੁੱਲ ਗਏ, ਉਹਨਾਂ ਨੂੰ ਕੀਰਤਨ ਸੋਹਿਲਾ ਲਿਖਣਾ ਚਾਹੀਦਾ ਸੀ, ਸਾਨੂੰ ਸੁਪਨੇ 'ਚ ਆਇਆ ਫਿਰ ਅਸੀਂ ਠੀਕ ਕਰ ਲਿਆ। ਇਹੋ ਜਿਹੀਆਂ ਅਚੇਤ ਅਵੱਗਿਆ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਕਥਾ 'ਚ ਜੋ ਮਰਜ਼ੀ ਤੁਸੀਂ ਬੋਲੀ ਜਾਓ ਅਰਥਾਂ ਦੇ ਵਿੱਚ, ਪਰ ਉਹਦਾ ਮੂਲ ਨਾਮ ਜਿਹੜਾ ਹੈ ਉਹ ਕਦੇ ਵੀ ਅਸੀਂ ਬਦਲ ਨਹੀਂ ਸਕਦੇ। ਇਸੇ ਕਰਕੇ ਅੱਜ ਤੁਸੀਂ ਵੇਖਿਆ ਹੋਵੇਗਾ ਜਦੋਂ ਨਾਮ ਦੀ ਗੱਲ ਆਉਂਦੀ ਹੈ ਤੇ ਜਿਹੜੇ ਸਿਆਣੇ ਲੋਕ ਨੇ ਉਹ ਕਹਿੰਦੇ ਜੀ ਸਪੈਲ ਕਰੋ, ਇੱਕ ਇੱਕ ਅੱਖਰ ਬੋਲ ਕੇ ਦੱਸੋ ਕਿ ਠੀਕ ਨਾਮ ਕੀ ਹੈ। ਭਾਵੇਂ ਉਹ ਨਾਂ ਤੁਹਾਡਾ ਹੋਵੇ, ਤੁਹਾਡੇ ਪਿੰਡ ਦਾ ਹੋਵੇ, ਤੁਹਾਡੇ ਪਲੇਸ ਆਫ ਬਰਥ ਦਾ ਹੋਵੇ, ਤੁਹਾਡੇ ਕੰਟਰੀ ਦਾ ਹੋਵੇ, ਨਾਮ ਕਦੇ ਵੀ ਚੇਂਜ ਨਹੀਂ ਹੋਇਆ ਕਰਦੇ। ਸੋ ਇਹ 5 ਸ਼ਬਦ ਹਨ। ਅੱਜ ਪਹਿਲੇ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰੋਗੇ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਅਕਾਲ ਚਲਾਣਾ ਹੋਇਆ, ਉਹਨਾਂ ਦੀ ਬਰਸੀ ਪੰਥ ਮਨਾਉਂਦਾ ਹੈ। ਸੋ ਕੱਲ੍ਹ ਉਹਨਾਂ ਦੀ ਬਰਸੀ ਇਸੇ ਹੀ ਪਾਵਨ ਸਥਾਨ 'ਤੇ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ
ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਈ ਜਾਣੀ ਹੈ। ਆਪ ਜੀ ਜ਼ਰੂਰ ਹਾਜ਼ਰੀਆਂ ਭਰੋ, ਜ਼ਰੂਰ ਆਪਣੇ ਬੱਚਿਆਂ ਨੂੰ ਸੁਣਾਓ, ਦੱਸੋ ਦੁਨੀਆ ਨੂੰ ਕਿ ਮਹਾਰਾਜਾ ਰਣਜੀਤ ਸਿੰਘ ਕੌਣ ਸੀ। ਇੱਕ ਹੀਰੋ ਹੋਇਆ ਹੈ ਰਾਜ ਬੱਬਰ, ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਸੀਰੀਅਲ ਬਣਾਇਆ। ਏਡੀ ਵੱਡੀ ਬਦਕਿਸਮਤੀ ਮੇਰੀ ਕੌਮ ਦੀ, ਕਿਸੇ ਨੇ ਸਪਾਂਸਰ ਹੀ ਨਹੀਂ ਕੀਤਾ, ਉਹ ਚੱਲਿਆ ਹੀ ਨਹੀਂ ਤਾਂ ਵਰਲਡ ਦੇ ਵਿੱਚ ਐਸਾ ਰਾਜਾ ਹੋਇਆ ਹੀ ਨਹੀਂ ਅੱਜ ਤੱਕ। ਨਾ ਅੰਗਰੇਜ਼ਾਂ ਕੋਲ ਹੈ, ਨਾ ਕੋਈ ਮੁਸਲਮਾਨਾਂ ਕੋਲ ਹੈ। ਇਹੋ ਹੀ ਕਾਰਨ ਹੈ ਕਿ ਪਾਕਿਸਤਾਨ ਦੇ ਮੁਸਲਮਾਨ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਲੈ ਕੇ ਰੋਂਦੇ ਨੇ। ਇਹੋ ਜਿਹਾ ਧਰਮ ਨਿਰਪੱਖ ਕੋਈ ਧਰਤੀ ਤੇ ਬਾਦਸ਼ਾਹ ਨਹੀਂ ਹੋ ਸਕਿਆ। ਜਿੰਨਾ ਸੋਨਾ ਉਹਨੇ ਦਰਬਾਰ ਸਾਹਿਬ ਤੇ ਲਾਇਆ, ਉਨਾ ਹੀ ਸੋਨਾ ਉਹਨੇ ਸ਼ਿਵ ਮੰਦਰ ਨੂੰ ਕਾਂਸ਼ੀ ਵਿੱਚ ਘੱਲਿਆ। ਉਨਾ ਹੀ ਸੋਨਾ ਉਸਨੇ ਸੁਨਹਿਰੀ ਮਸਜਿਦ ਲਾਹੌਰ ਨੂੰ ਭੇਜਿਆ। ਮੈਂ ਵੀ ਸ਼ੁਰੂ ਵਿੱਚ ਸੋਚਦਾ ਸੀ ਵੀ ਕਾਹਦਾ ਸਿੱਖਾਂ ਦਾ ਰਾਜਾ ਸੀ, ਪਰ ਬਾਅਦ ਵਿੱਚ ਗੱਲ ਦੇਰ ਨਾਲ ਜਾ ਕੇ ਸਮਝ ਆਈ ਕਿ ਉਹ ਧਰਮੀ ਰਾਜਾ ਸੀ। ਬਹੁਤ ਵੱਡੀ ਨਿਆਂ ਪ੍ਰਣਾਲੀ ਨੂੰ ਜਨਮ ਦੇਣ ਵਾਲਾ ਰਾਜਾ ਸੀ। ਉਹਨੂੰ ਪਤਾ ਸੀ ਕਿ ਜਿਹੜਾ ਸੋਨਾ ਮੈਂ ਦਰਬਾਰ ਸਾਹਿਬ ਤੇ ਲਾਉਣ ਲੱਗਿਆ, ਇਹ ਮੇਰੇ ਘਰੋਂ ਨਹੀਂ, ਇਹ ਸਰਕਾਰੀ ਖਜ਼ਾਨੇ ਵਿੱਚੋਂ ਆਉਣਾ ਹੈ। ਤੇ ਸਰਕਾਰੀ ਖਜ਼ਾਨੇ ਵਿੱਚ ਟੈਕਸ ਇਕੱਲਾ ਸਿੱਖਾਂ ਦਾ ਨਹੀਂ ਹੈ, ਹਿੰਦੂਆਂ ਦਾ ਵੀ ਹੈ ਤੇ ਮੁਸਲਮਾਨਾਂ ਦਾ ਵੀ ਹੈ। ਤੇ ਇਸ ਖਜ਼ਾਨੇ ਦੇ ਉੱਤੇ ਦੂਜੇ ਧਰਮਾਂ ਦਾ ਵੀ ਓਨਾ ਹੀ ਹੱਕ ਹਕੂਕ ਹੈ ਜਿੰਨਾ ਮੇਰੇ ਧਰਮ ਦਾ ਹੈ। ਐਸਾ ਬਾਦਸ਼ਾਹ ਤੁਹਾਨੂੰ ਧਰਤੀ ਤੇ ਨਹੀਂ ਮਿਲੇਗਾ। ਨਹੀਂ ਤਾਂ ਸਾਰੇ ਆਪਣੇ ਨੂੰ ਜਾਂ ਆਪਣਿਆਂ ਨੂੰ ਖਿੱਚਦੇ ਨੇ। ਉਸ ਰਾਜੇ ਨੇ ਵੱਡਾ ਰਾਜ ਕੀਤਾ ਦੁਨੀਆ ਦੇ ਵਿੱਚ, ਸਿੱਖੀ ਦਾ ਨਾਂ ਰੋਸ਼ਨ ਕੀਤਾ। ਲੋਕਾਂ ਨੇ ਸਿੱਖੀ ਨੂੰ ਪੜ੍ਹਿਆ ਸੀ, ਵੇਖਿਆ ਨਹੀਂ ਸੀ। ਵੇਖਿਆ ਫਿਰ ਉਹਨਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਰਾਜਾ ਬਣਿਆ ਕਿ ਭਾਈ ਇਹ ਕੇਵਲ ਕਹਿੰਦੇ ਨਹੀਂ, ਪ੍ਰੈਕਟੀਕਲੀ ਵੀ ਇਹਨਾਂ ਦੇ ਘਰ ਵਿੱਚ ਨਿਆਂ ਹੈ, ਸਭ ਵਾਸਤੇ ਸਨਮਾਨ ਹੈ, ਸਾਰਿਆਂ ਦੇ ਬਰਾਬਰ ਹੱਕ ਹਕੂਕ ਨੇ। ਸੋ ਆਪ ਜੀ ਯਤਨ ਕਰੋ, ਅਗਰ ਉਹ ਸੀਰੀਅਲ ਟੀਵੀ ਤੇ YouTube ਤੇ ਹੋਵੇ ਤਾਂ ਉਹਦੇ ਐਪੀਸੋਡ ਜ਼ਰੂਰ ਵੇਖੋ, ਤੁਹਾਨੂੰ ਮਾਣ ਹੋਏਗਾ ਆਪਣੇ ਉਸ ਮਹਾਰਾਜੇ ਦੇ ਉੱਪਰ ਜਿਹਨੂੰ ਦੁਨੀਆ ਨੇ ਸ਼ੇਰੇ ਪੰਜਾਬ ਕਹਿ ਕੇ ਸਨਮਾਨਿਆ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਬਖਿਆਨ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸਰਵਰੇ ਕਾਇਨਾਤ ਦੇ ਮਾਲਕ ਪ੍ਰਤੱਖ ਸਤਿਗੁਰੂ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਗਰੀਬ ਨਵਾਜ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਾਲਾ ਪ੍ਰੀਤਮ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਮੁਕੱਦਸ ਪਾਕ ਦਰਬਾਰ ਦੀ ਸਿੱਖ ਕੌਮ ਦੇ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਓ ਗੁਰੂ ਚਰਨਾਂ ਵਿੱਚ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਆਪ ਜੀ ਨੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਦਰੋਂ ਘਰੋਂ ਵਰੁਸਾਏ ਹੋਏ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਉਪਰੰਤ ਸਤਿਕਾਰਯੋਗ ਸਿੰਘ ਸਾਹਿਬ ਜੀ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਪਾਸੋਂ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਦਾ ਸ਼ਬਦ ਸਰਵਣ ਕੀਤਾ ਹੈ। ਨਿਤਨੇਮ ਦੀਆਂ ਬਾਣੀਆਂ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ, ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦਾ ਜਾਪ, ਸੋਦਰ ਰਹਿਰਾਸ ਸਾਹਿਬ ਜੀ ਦਾ ਜਾਪ, ਸੌਣ ਲੱਗਿਆਂ ਸੋਹਲਾ ਸਾਹਿਬ ਜੀ ਦਾ ਜਾਪ ਕਰਨ ਦਾ ਹਰ ਸਿੱਖ ਨੂੰ ਹੁਕਮ ਹੈ। ਸਿੰਘ ਸਾਹਿਬ ਜੀ ਜਿਵੇਂ ਦੱਸ ਰਹੇ ਸਨ ਕਿ ਅਸੀਂ ਆਪਣੀ ਮੱਤ ਦੇ ਅਨੁਸਾਰ ਗੁਰਬਾਣੀ ਦੇ ਵੱਖੋ ਵੱਖਰੇ ਨਾਮ ਰੱਖ ਲੈ। ਸੋਹਲਾ ਸਾਹਿਬ ਜੀ ਨੂੰ ਅਸੀਂ ਕੀਰਤਨ ਸੋਹਲਾ ਕਹਿੰਦੇ ਹਾਂ। ਪਿੰਡਾਂ ਦੇ ਵਿੱਚ ਵੀ ਕਿਹਾ ਜਾਂਦਾ ਹੈ। ਹਰ ਜਿਹੜਾ ਸਿੱਖ ਜਾਣਦਾ ਇਸ ਗੱਲ ਨੂੰ, ਉਹ ਤਾਂ ਸੋਹਲਾ ਸਾਹਿਬ ਹੀ ਕਹੇਗਾ ਕਿ ਮੈਂ ਸੋਹਲਾ ਸਾਹਿਬ ਜੀ ਦਾ ਪਾਠ ਕਰਨਾ ਹੈ, ਜਾਂ ਭਾਈ ਸੋਹਲਾ ਸਾਹਿਬ ਜੀ ਦਾ ਜਾਪ ਕਰੋ, ਸਮਾਂ ਹੋ ਗਿਆ ਹੈ। ਪਰ ਵਾਸਤਵ ਦੇ ਵਿੱਚ ਬਹੁਤਾਤ ਦੇ ਵਿੱਚ ਲੋਕ ਇਸ ਨੂੰ ਕੀਰਤਨ ਸੋਹਲਾ ਕਹਿੰਦੇ ਨੇ, ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਗੁਰ ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਇਸ ਬਾਣੀ ਦਾ ਨਾਮ ਕੀਰਤਨ ਸੋਹਲਾ ਹੈ। ਸੋਹਲੇ ਦੇ ਅਰਥ ਨੇ ਉਹ ਗੀਤ ਜੋ ਵਾਹਿਗੁਰੂ ਪ੍ਰਮਾਤਮਾ ਦੀ ਸਿਫਤ ਦੇ ਵਿੱਚ ਗਾਏ ਜਾਣ, ਖੁਸ਼ੀ ਦੇ ਗੀਤ। ਵਾਸਤਵ ਦੇ ਵਿੱਚ ਸੋਹਲਾ ਸਾਹਿਬ ਜੀ ਦੀ ਬਾਣੀ ਹਰ ਸਿੱਖ ਸੌਣ ਲੱਗਿਆਂ ਪੜ੍ਹਦਾ ਹੈ, ਪਰ ਇਹ ਬਾਣੀ ਖਾਸ ਕਰਕੇ ਜਦੋਂ ਕੋਈ ਮ੍ਰਿਤਕ ਪ੍ਰਾਣੀ ਸੰਸਾਰ ਤੋਂ ਚਲਾ ਜਾਂਦਾ ਹੈ, ਜਦੋਂ ਉਸ ਨੂੰ ਚਿਖਾ 'ਤੇ ਲਟਾਇਆ ਜਾਂਦਾ ਹੈ, ਉਹਦੇ ਅੰਤਮ ਸੰਸਕਾਰ ਸਮੇਂ ਵੀ ਇਹ ਬਾਣੀ ਪੜ੍ਹੀ ਜਾਂਦੀ ਹੈ। ਸੋਹਲਾ ਦੇ ਅਰਥ ਨੇ ਖੁਸ਼ੀ ਦੇ ਗੀਤ, ਪਰ ਇਸ ਸ਼ਬਦ ਦੇ ਵਿੱਚ ਸੋਹਲਾ ਸਾਹਿਬ ਜੀ ਦੇ ਆਰੰਭ ਦੇ ਵਿੱਚ ਜਿਹੜਾ ਸ਼ਬਦ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ, ਇਹਦੇ ਵਿੱਚ ਸਾਰਾ ਪ੍ਰਕਰਨ ਹੈ ਹੀ ਮੌਤ ਦਾ, ਮੌਤ ਦਾ ਹੀ ਪ੍ਰਕਰਨ ਹੈ, ਪਰ ਹੈ ਖੁਸ਼ੀ ਦਾ ਗੀਤ। ਗੁਰਬਾਣੀ ਵਿੱਚ ਇੱਕ ਬਾਣੀ ਦਾ ਨਾਮ ਹੈ ਮਾਰੂ ਸੋਹਲੇ। ਸੋਹਲੇ ਦੇ ਅਰਥ ਨੇ ਗੀਤ। ਵਾਹਿਗੁਰੂ ਪ੍ਰਮਾਤਮਾ ਦੇ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਸੋ ਇੱਕ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਬਾਣੀ ਪੜ੍ਹਦੇ ਆ, ਜਦੋਂ ਬਾਬਰ ਚੜ੍ਹ ਕੇ ਆਇਆ, ਉਸ ਪਾਵਨ ਬਾਣੀ ਦੇ ਵਿੱਚ ਵੀ ਮਹਾਰਾਜ ਜੀ ਨੇ ਜ਼ਿਕਰ ਕੀਤਾ, ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ। ਭਾਵ ਕਿ ਜਦੋਂ ਬਾਬਰ ਚੜ੍ਹ ਕੇ ਆਇਆ ਉਦੋਂ ਖੂਨ ਦੇ ਸੋਹਲੇ ਗਾਵੇ ਗਏ। ਭਾਵ ਕਿ ਇੰਨੀ ਲੱਥਪੱਥ ਹੋਈ, ਇੰਨੀ ਕਤਲੋਗਾਰਤ ਹੋਈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਬਾਣੀ ਦੇ ਅੰਦਰ ਉੱਥੇ ਜ਼ਿਕਰ ਕੀਤਾ ਹੈ ਕਿ ਕੁੰਗੂ ਦੇ ਅਰਥ ਨੇ ਜਦੋਂ ਲੜਕੀ ਦਾ ਵਿਆਹ ਹੁੰਦਾ ਹੈ ਨਾ,
ਉਹਦੀ ਮਾਂਗ ਦੇ ਵਿੱਚ ਸੰਧੂਰ ਪਾਇਆ ਜਾਂਦਾ ਹੈ, ਕੇਸਰ ਪਾਇਆ ਜਾਂਦਾ ਹੈ, ਮੱਥੇ ਤੇ ਟਿੱਕਾ ਲਾਇਆ ਜਾਂਦਾ ਹੈ ਕੇਸਰ ਦਾ, ਭਾਵ ਕਿ ਉਹ ਸੁਹਾਗਣ ਹੋ ਗਈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਜ਼ਿਕਰ ਕੀਤਾ, ਕਾਜੀਆਂ ਬਾਹਮਣਾ ਕੀ ਗਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾਲੋ। ਮੁਸਲਮਾਨ ਇਸਲਾਮ ਮਤ ਦੀਆਂ ਧੀਆਂ ਦਾ ਨਿਕਾਹ ਪੜ੍ਹਾਉਂਦੇ ਨੇ ਕਾਜ਼ੀ। ਇਸਲਾਮ ਮਤ ਦੇ ਵਿੱਚ, ਸਨਾਤਨ ਧਰਮ ਦੇ ਵਿੱਚ ਪੁਜਾਰੀ ਜਿਹੜਾ ਹੈ ਉਹ ਵੇਦੀ ਦੇ ਦੁਆਲੇ ਫੇਰੇ ਕਰਦਾ ਹੈ, ਉਸ ਲਾੜੀ ਤੇ ਲਾੜੇ ਦੇ ਫੇਰੇ ਕਰਾਉਂਦਾ ਹੈ, ਉਹ ਲਾਵਾਂ ਪੜ੍ਹਦਾ ਹੈ, ਮੰਤਰ ਪੜ੍ਹਦਾ ਹੈ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਥੇ ਕਾਜ਼ੀਆਂ ਬਾਹਮਣਾਂ ਦੀ ਗੱਲ ਇੱਕ ਪਾਸੇ ਰਹਿ ਗਈ, ਜਿਹੜੀਆਂ ਲਾਵਾਂ ਤੇ ਨਿਕਾਹ ਉਹ ਸ਼ੈਤਾਨ ਪੜ੍ਹਾ ਰਿਹਾ ਹੈ, ਅਗਦ ਪੜੇ ਸ਼ੈਤਾਨ ਮਿਲਾ। ਤਾਂ ਇੱਥੇ ਜਿਹੜਾ ਸੋਲਾ ਸ਼ਬਦ ਆਇਆ, ਇਸ ਪਾਵਨ ਸ਼ਬਦ ਦੇ ਅੰਦਰ ਮਹਾਰਾਜ ਜੀ ਨੇ ਬਚਨ ਕੀਤਾ ਕਿ ਸੋਲਾ ਗਾਉਣਾ ਕਿਹਦਾ ਹੈ। ਮਤਾਂ ਕਿ ਮਨੁੱਖਾਂ ਦੇ ਅਸੀਂ ਸੋਲੇ ਗਾਉਂਦੇ ਰਹੀਏ, ਬੰਦਿਆਂ ਦੇ ਸੋਲੇ ਗਾਉਂਦੇ ਰਹੀਏ। ਤਾਂ ਮਹਾਰਾਜ ਜੀ ਕਹਿੰਦੇ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰਾਂ ਨੇ ਸਪਸ਼ਟ ਕੀਤਾ ਸਾਰੇ ਸ਼ਬਦ ਦੇ ਅਰਥਾਂ ਨੂੰ ਕਿ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਨਿਰਭਉ ਕੌਣ ਹੈ? ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ। ਬਾਕੀ ਸਾਰੇ ਜਿਹੜੇ ਤੁਸੀਂ ਸੰਸਾਰ ਦੇ ਤੁਸੀਂ ਲੋਕ ਵੇਖਦੇ ਨਾ ਮਹਾਰਾਜ, ਸਗਲ ਸਮਗਰੀ ਡਰੇ ਵਿਆਪੀ, ਸਾਰੇ ਡਰਨ ਵਾਲੇ ਨੇ। ਕੋਈ ਮੌਤ ਤੋਂ ਡਰਦਾ ਹੈ, ਕਿਸੇ ਨੂੰ ਦੁਸ਼ਮਣਾਂ ਦਾ ਡਰ ਹੈ, ਕਿਸੇ ਕੋਲ ਧਨ ਜ਼ਿਆਦਾ ਆ ਗਿਆ, ਧਨ ਚਲੇ ਜਾਣ ਦਾ ਡਰ ਹੈ ਕਿ ਕਿਤੇ ਚਲਿਆ ਨਾ ਜਾਵੇ। ਤਾਂ ਕਿਸੇ ਨੂੰ ਕਿਸੇ ਨਾ ਕਿਸੇ ਦਾ ਡਰ ਹੈ, ਕਿਸੇ ਨੂੰ ਕਿਸੇ ਨਾ ਕਿਸੇ ਦਾ ਭੈ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਪਿਆਰਿਆ ਤੂੰ ਉਸ ਨਿਰਭਉ ਅਕਾਲ ਪੁਰਖ ਵਾਹਿਗੁਰੂ ਦਾ ਸੋਲਾ ਗਾ, ਤੂੰ ਵੀ ਨਿਰਭਉ ਹੋ ਜਾਵੇਂਗਾ। ਨਿਰਭਉ ਜਪੈ ਸਗਲ ਭਉ ਮਿਟੈ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਜਿਹੜਾ ਨਿਰਭਉ ਅਕਾਲ ਪੁਰਖ ਵਾਹਿਗੁਰੂ ਹੈ, ਭੈ ਤੋਂ ਰਹਿਤ ਹੈ, ਉਹਦਾ ਸੋਲਾ ਗਾ। ਤਾਂ ਪਾਵਨ ਸ਼ਬਦ ਆਰੰਭ ਕਿੱਥੋਂ ਹੁੰਦਾ ਹੈ? ਆਓ ਮਨੋ ਬਿਰਤੀਆਂ ਇਕਾਗਰ ਕਰੀਏ। ਹਿਰਦੇ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਵਾਸਤੇ ਸਾਰੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਕਿਰਪਾ ਕਰੋ ਆਖੋ ਸਤਨਾਮ। ਇਹ ਪਾਵਨ ਸ਼ਬਦ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਗੌੜੀ ਰਾਗ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਗੌੜੀ ਦੀਆਂ ਕਈ ਪ੍ਰਜਾਤੀਆਂ ਨੇ, ਕਈ ਪ੍ਰਕਾਰ ਦੀ ਗੌੜੀ ਹੈ। ਗੌੜੀ ਚੇਤੀ ਹੈ, ਗੌੜੀ ਗਵਾਰੇ ਦੀ ਹੈ, ਤਾਂ ਗੌੜੀ ਬੈਰਾਗਣ ਹੈ, ਗੌੜੀ ਸ਼ੁੱਧ ਹੈ, ਜਿਹਦੇ ਨਾਲ ਨਾ ਚੇਤੀ, ਨਾ ਬੈਰਾਗਣ, ਨਾ ਗਵਾਰੇਰੀ ਲੱਗਾ ਹੋਵੇ, ਉਹ ਗੌੜੀ ਸ਼ੁੱਧ ਹੁੰਦੀ ਹੈ। ਤਾਂ ਇੱਥੇ ਮਹਾਰਾਜ ਜੀ ਨੇ ਗੌੜੀ ਰਾਗ ਗੌੜੀ ਦੀਪਕੀ, ਦੀਪਕੀ ਗੌੜੀ ਦੇ ਵਿੱਚ ਮਹਾਰਾਜ ਜੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਮੁਖਾਰਬਿੰਦ ਤੋਂ ਸ਼ਬਦ ਉਚਾਰਿਆ ਹੈ। ਵਸਤੂ ਨਿਰਦੇਸ਼ ਮੰਗਲਾਚਰਨ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਦੀਵ ਰਹਿਣ ਵਾਲਾ ਹੈ, ਪ੍ਰਕਾਸ਼ਮਾਨ ਹੈ, ਔਰ ਕਿਰਪਾ ਦੇ ਸਦਕਾ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤਾਂ ਫਿਰ ਬੇਨਤੀ ਕਰਾਂ, ਨਿਤਨੇਮ ਦੀਆਂ ਬਾਣੀਆਂ ਨੇ, ਸਤਿਗੁਰਾਂ ਨੇ ਬੜੀ ਇਹਤਿਆਤ ਵਰਤੀ। ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ, ਰਾਤ 8-10 ਘੰਟੇ ਮਨੁੱਖ ਸੌਂ ਕੇ ਉੱਠਿਆ, ਸਰੀਰ ਰੈਸਟ ਲੈ ਕੇ ਉੱਠਿਆ, 40-45 ਮਿੰਟ ਦਾ ਜਾਪ 5 ਬਾਣੀਆਂ ਦਾ। ਸਾਰਾ ਦਿਨ ਕੰਮ ਕੀਤਾ, ਬਿਜ਼ਨਸ ਕੀਤਾ, ਸ਼ਾਮ ਨੂੰ ਮਹਾਰਾਜ ਜੀ ਨੇ 20 ਮਿੰਟ ਦਾ ਜਾਪ ਸੋਦਾ ਰਹਿਰਾਸ ਸਾਹਿਬ ਜੀ ਦਾ ਝੋਲੀ ਵਿੱਚ ਪਾਇਆ। ਸਿੱਖ ਵਾਸਤੇ ਕਿੰਨਾ ਕੁ ਔਖਾ ਹੈ? ਕੋਈ ਜ਼ਿਆਦਾ ਔਖਾ ਤਾਂ ਨਹੀਂ। ਸੌਣ ਲੱਗਿਆ ਮਹਾਰਾਜ ਜੀ ਨੂੰ ਪਤਾ ਸੀ ਕਿ ਹੁਣ ਇਹਨੇ ਪ੍ਰਸ਼ਾਦਾ ਛਕਿਆ, ਪ੍ਰਸ਼ਾਦੇ ਦਾ ਥੋੜ੍ਹਾ ਥੋੜ੍ਹਾ ਅਮਲ ਹੈ। ਸਤਿਗੁਰਾਂ ਨੇ ਆਖਿਆ ਲੈ 5 ਸ਼ਬਦਾਂ ਦਾ ਸੰਗ੍ਰਹਿ, 5 ਸ਼ਬਦਾਂ ਦਾ ਸੁਮੇਲ ਸੋਹਲਾ ਸਾਹਿਬ ਸਤਿਗੁਰਾਂ ਨੇ ਸਿੱਖ ਦੀ ਝੋਲੀ ਵਿੱਚ ਪਾ ਦਿੱਤਾ। 5 ਮਿੰਟਾਂ ਦਾ ਜਾਪ ਲੈ ਸੋਹਲਾ ਸਾਹਿਬ ਕਰਦਿਆਂ ਕਰਦਿਆਂ ਤੂੰ ਗੁਰੂ ਦੀ ਗੋਦ ਵਿੱਚ ਹੀ ਸੌਂ ਜਾ, ਗੁਰੂ ਦੀ ਹਜ਼ੂਰੀ ਵਿੱਚ ਹੀ ਤੈਨੂੰ ਨੀਂਦ ਆਵੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੌਂਦੇ ਵਾਹ ਵਾਹ ਉਚਰੇ, ਉੱਠਦੇ ਪੀ ਵਾਹੋ ਕਰੇ। ਸੋਹਲਾ ਸਾਹਿਬ ਜੀ ਦਾ ਬੜਾ ਮਹਾਤਮ ਹੈ। ਹਰ ਸਿੱਖ ਸੌਣ ਵੇਲੇ ਸੋਹਲਾ ਸਾਹਿਬ ਕਿਉਂ ਪੜ੍ਹਦਾ ਹੈ? ਸੋਹਲਾ ਸਾਹਿਬ ਤਾਂ ਪੜ੍ਹਦਾ ਹੈ ਸਿੱਖ
ਕਿ ਜਦੋਂ ਮੌਤ ਆਵੇ ਨਾ, ਉਹ ਮੌਤ ਵੀ ਆਨੰਦਮਈ ਹੋਵੇ, ਮੌਤ ਵੀ ਆਨੰਦ ਬਣ ਜਾਵੇ, ਮੌਤ ਵੀ ਡਰਾਵੇ ਨਾ। ਬਹੁਤੇ ਲੋਕ ਮੌਤ ਤੋਂ ਕਿਉਂ ਡਰਦੇ ਨੇ? ਹਰ ਮਨੁੱਖ ਮੌਤ ਤੋਂ ਡਰਦਾ ਹੈ, ਪਰ ਵਾਸਤਵ ਦੇ ਵਿੱਚ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਦਰਸਾਇਆ ਕਿ ਇਹ ਭਾਈ, ਜਿੱਥੇ ਤੂੰ ਰਹਿ ਰਿਹਾ ਨਾ, ਇਹ ਤੇਰਾ ਪੇਕਾ ਘਰ ਹੈ। ਮਾਤ ਲੋਕ ਸੰਸਾਰ ਤੇਰਾ ਪੇਕਾ ਘਰ ਹੈ, ਤੇ ਪੇਕੇ ਘਰ ਹਰ ਲੜਕੀ ਸਦਾ ਵਾਸਤੇ ਨਹੀਂ ਰਹਿ ਸਕਦੀ, ਉਹਨੂੰ ਇੱਕ ਨਾ ਇੱਕ ਦਿਨ ਸਹੁਰੇ ਜਾਣਾ ਹੀ ਪੈਂਦਾ ਹੈ। ਸਭਨੀ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਅਸੀਂ ਸਾਰੀਆਂ ਅਕਾਲ ਪੁਰਖ ਵਾਹਿਗੁਰੂ ਦੀਆਂ ਜੀਵ ਰੂਪੀ ਇਸਤਰੀਆਂ ਹਾਂ, ਸਾਰਿਆਂ ਨੂੰ ਸਹੁਰੇ ਜਾਣਾ ਪੈਣਾ ਹੈ। ਤੇ ਸਹੁਰੇ ਜਾਣ ਲੱਗਿਆ ਤਾਂ ਮਨੁੱਖ ਸਗੋਂ ਖੁਸ਼ੀ ਖੁਸ਼ੀ ਜੀਵ ਰੂਪੀ ਇਸਤਰੀ ਜਾਵੇ। ਜਿਵੇਂ ਸੰਸਾਰਿਕ ਬੱਚੀ ਆਪਣੇ ਸਹੁਰੇ ਘਰ ਜਾਂਦੀ, ਉਹਨੂੰ ਪਤਾ ਹੈ ਕਿ ਮੈਂ ਪੇਕੇ ਘਰ ਸਦਾ ਨਹੀਂ ਰਹਿਣਾ, ਇਹ ਮੇਰਾ ਪੇਕਾ ਘਰ ਹੈ। ਪਿਆਰਿਓ, ਤਿੰਨ ਤਰ੍ਹਾਂ ਦੀ ਦੁਨੀਆ ਹੈ। ਇੱਕ ਦੁਨੀਆ ਉਹ ਸੀ ਜਿਹੜੀ ਮਾਤ ਦਾ ਗਰਭ ਸੀ। ਇੱਕ ਦੁਨੀਆ ਜਦੋਂ ਅਸੀਂ ਤਿਆਗ ਕੇ ਸੰਸਾਰ ਤੇ ਆਏ, ਜਿਸ ਦੇ ਬਾਬਤ ਸ੍ਰੀ ਸੁਖਮਨੀ ਸਾਹਿਬ ਵਿੱਚ ਵੀ ਮਹਾਰਾਜ ਜੀ ਕਹਿੰਦੇ, ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਜਿੰਤੂ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਬਿਰਧ ਪਿਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਇੱਕ ਅੰਦਾਜ਼ਾ ਲਾ ਲਓ ਕਿ ਮਾਤਾ ਦੇ ਗਰਭ ਵਿੱਚ ਇੱਕ ਰਹਿਣ ਵਾਸਤੇ ਸਾਡੇ ਵਾਸਤੇ ਇੱਕ ਝਿੱਲੀ ਸੀ ਛੋਟੀ ਜੀ। ਮੈਂ ਕੱਲ੍ਹ ਵੀ ਸੀਸਗੰਜ ਸਾਹਿਬ ਕੁਦਰਤੀ ਸ਼ਬਦ ਆਇਆ ਸੀ, ਸੁਖਮਨੀ ਸਾਹਿਬ ਜੀ ਦਾ ਮੈਂ ਜ਼ਿਕਰ ਕਰਕੇ ਆਇਆ। ਮਾਤਾ ਦੇ ਗਰਭ ਦੀ ਜਿਹੜੀ ਦੁਨੀਆ ਸੀ, ਉਹ ਇੱਕ ਛੋਟੀ ਜਿਹੀ ਝਿੱਲੀ ਸੀ। ਉਸ ਝਿੱਲੀ ਦੇ ਵਿੱਚ ਅਸੀਂ ਰਹਿੰਦੇ ਸੀ। ਸਾਡੇ ਗੋਡੇ ਸਾਡੀ ਛਾਤੀ ਦੇ ਨਾਲ ਲੱਗੇ ਹੋਏ ਸਨ। ਆਹਾਰ ਵਾਸਤੇ ਮਾਤਾ ਦਾ ਰਕਤ ਸੀ, ਤੇ ਉਹ ਆਹਾਰ ਲੈਣ ਵਾਸਤੇ ਇੱਕ ਨਾਭੀ ਦੀ ਨਾਲੀ ਸੀ, ਜਿਸ ਦੇ ਦੁਆਰਾ ਸਾਡੇ ਅੰਦਰ ਉਹ ਖੁਰਾਕ ਜਾਂਦੀ ਸੀ। ਮਾਤਾ ਦੇ ਉਸ ਨਾਭੀ ਦੀ ਨਾਲੀ ਦੇ ਦੁਆਰਾ, ਜਿਸ ਨੂੰ ਨਾੜੂਆ ਕਹਿ ਦਿੰਦੇ ਨੇ। ਤਬ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਤੈਨੂੰ ਮਾਤਾ ਦੇ ਗਰਭ ਤੋਂ ਬਾਹਰ ਕੱਢਿਆ, ਤੇ ਕਿੱਡੀ ਸੋਹਣੀ ਦੁਨੀਆ। ਉੱਥੇ ਤਾਂ ਕੇਵਲ ਇੱਕ ਝਿੱਲੀ ਸੀ ਮਾਤਾ ਦੀ ਛੋਟੀ ਜੀ ਗਰਭ ਦੀ, ਤਾਂ ਸੰਸਾਰ ਦੇ ਵਿੱਚ ਆਉਂਦਿਆਂ ਤਾਂ ਤੈਨੂੰ ਬਹੁਤ ਵੱਡਾ ਘਰ ਮਿਲ ਗਿਆ। ਪਰਮਾਤਮਾ ਨੇ ਕਿੰਨੀ ਕਿਰਪਾ ਕੀਤੀ। ਉੱਥੇ ਤਾਂ ਕੇਵਲ ਤੇਰੇ ਵਾਸਤੇ ਇੱਕ ਮਾਤ ਦਾ ਰਕਤ ਸੀ, ਖੁਰਾਕ ਬਣ ਕੇ, ਆਹਾਰ ਬਣ ਕੇ ਜਿਹੜਾ ਤੈਨੂੰ ਪਾਲ ਰਿਹਾ ਸੀ। ਪਰ ਸੰਸਾਰ ਵਿੱਚ ਤਾਂ ਤੈਨੂੰ ਆਉਂਦੇ ਨੂੰ 36 ਪ੍ਰਕਾਰ ਦੇ ਭੋਜਨ ਪਰਮਾਤਮਾ ਨੇ ਦੇ ਦਿੱਤੇ। ਪਰਮਾਤਮਾ ਨੇ ਕੈਸੀ ਕਿਰਪਾ ਸਾਡੇ ਤੇ ਕੀਤੀ। ਜਬ ਦਾਂਤ ਨਾ ਥੇ ਤਬ दूध दिया, जब दांत दिए तब रिज्क न दे है। रोजी ही राज बलोकत राजक रोख, रूहान की रोजी न डारे। कैसा अकाल पुरख वाहिगुरू दयालु है, ਉਹ ਸਾਡਾ ਕੈਸਾ ਖਿਆਲ ਰੱਖਦਾ ਹੈ। ਕੈਸੀ ਖੁਸ਼ੀਆਂ ਵਾਲਾ ਸਮਾਂ ਸਾਨੂੰ ਬਖਸ਼ ਦਿੱਤਾ। ਖੁੱਲ੍ਹੇ ਘਰ ਦੇ ਦਿੱਤੇ, ਛਕਣ ਵਾਸਤੇ 36 ਪ੍ਰਕਾਰ ਦੇ ਭੋਜਨ ਦੇ ਦਿੱਤੇ। ਉੱਥੇ ਤਾਂ ਕੇਵਲ ਇੱਕ ਨਾਲੀ ਤੈਨੂੰ ਖੁਰਾਕ ਪਹੁੰਚਾਉਂਦੀ ਸੀ। ਮਾਤ ਲੋਕ ਦੇ ਵਿੱਚ ਤਾਂ ਅਨੇਕਾਂ ਤਰ੍ਹਾਂ ਦੇ ਤੈਨੂੰ ਛਕਾਉਣ ਵਾਸਤੇ ਬਰਤਨ ਨੇ, ਸੋਨੇ ਚਾਂਦੀ ਦੇ ਬਰਤਨ ਨੇ, ਅੱਛੇ ਅੱਛੇ ਪਕਵਾਨ ਛਕਾਉਣ ਵਾਸਤੇ ਤੈਨੂੰ ਵਧੀਆ ਵਧੀਆ ਬਰਤਨਾਂ ਦੇ ਵਿੱਚ ਪਰੋਸ ਕੇ ਦਿੱਤਾ ਜਾਂਦਾ ਹੈ। ਛਕਾਉਣ ਵਾਸਤੇ 36 ਪ੍ਰਕਾਰ ਦੇ ਭੋਜਨ ਨੇ, ਤੇ ਅਨੇਕਾਂ ਤਰ੍ਹਾਂ ਦੇ ਤੇਰੇ ਛਕਣ ਵਾਸਤੇ ਆਹਾਰ ਵੀ ਨੇ। ਉਹ ਦੁਨੀਆ ਛੱਡ ਕੇ, ਮਾਤਾ ਦੇ ਗਰਭ ਦੀ ਦੁਨੀਆ ਛੱਡ ਕੇ ਸੰਸਾਰ ਵਿੱਚ ਆਏ, ਤੇ ਕੈਸਾ ਵਧੀਆ ਮਾਹੌਲ ਮਿਲਿਆ। ਪਰ ਸਾਹਿਬ ਜੀ ਬਖਸ਼ਿਸ਼ ਕਰਦੇ, ਜਦੋਂ ਇਹ ਦੁਨੀਆ ਛੱਡ ਕੇ ਤੂੰ ਪਰਲੋਕ ਵਿੱਚ ਜਾਏਗਾ, ਤੇ ਇਹ ਸਮਝ ਲਈ ਕਿ ਉੱਥੇ ਤੈਨੂੰ ਕਿੱਡਾ ਵਧੀਆ ਰਹਿਣ ਨੂੰ ਮਿਲੇਗਾ। ਉੱਥੇ ਤੈਨੂੰ ਕੈਸੀਆਂ ਬਖਸ਼ਿਸ਼ਾਂ ਹੋਣਗੀਆਂ। ਪਰਮਾਤਮਾ ਨੇ 3 ਤਰ੍ਹਾਂ ਦੀ ਦੁਨੀਆ ਦਾ ਸਾਡਾ ਵਾਸ ਦੱਸਿਆ। ਮਾਤ ਗਰਭ, ਸੰਸਾਰ, ਮਾਤ ਲੋਕ ਤੇ ਪਰਲੋਕ। ਮਾਤ ਲੋਕ ਵਿੱਚ ਆਉਣ ਵਾਸਤੇ ਅਸੀਂ ਸਾਰੇ ਹੀ ਤਿਆਰ ਹਾਂ, ਪਰ ਪਰਲੋਕ ਵਿੱਚ ਜਾਣ ਨੂੰ ਕੋਈ ਤਿਆਰ ਨਹੀਂ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋਹਲਾ ਸਾਹਿਬ ਜੀ ਦੇ ਐਸੇ ਪਿਆਰੇ ਸ਼ਬਦ ਨੇ, ਐਸੇ ਇਹਦੇ ਪਿਆਰ ਭਰੇ, ਬਖਸ਼ਿਸ਼ਾਂ ਭਰੇ ਵਿਚਾਰ ਨੇ। ਜਦੋਂ ਹਿਰਦੇ ਵਿੱਚ ਵਸਾ ਲਈਏ, ਹਰ ਸਿੱਖ ਮੌਤ ਤੋਂ ਨਹੀਂ ਡਰੇਗਾ। ਉਹਨੂੰ ਸਮਝ ਪੈ ਜਾਵੇਗੀ ਉਹਦੀ ਮੌਤ ਵੀ ਆਨੰਦ ਬਣ ਜਾਵੇਗੀ, ਉਹਦੀ ਮੌਤ ਵੀ ਗੀਤ ਬਣ ਜਾਵੇਗੀ। ਜਿਨ੍ਹਾਂ ਨੇ ਇਸ ਆਸ਼ੇ ਨੂੰ ਸਮਝ ਲਿਆ,
ਕਿ ਅਸੀਂ ਇੱਥੇ ਰਹਿਣਾ ਨਹੀਂ, ਸਾਡਾ ਇਹ ਪੇਕਾ ਘਰ ਹੈ, ਅਸੀਂ ਸਹੁਰੇ ਘਰ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਸ਼ਬਦ ਮਿਲਦੇ ਨੇ, ਅਨੇਕਾਂ ਸ਼ਬਦ ਮਿਲਦੇ ਨੇ, ਜਿੱਥੇ ਪੇਕੇ ਘਰ ਦਾ ਜ਼ਿਕਰ ਤੇ ਸਹੁਰੇ ਘਰ ਦਾ ਖਾਸ ਕਰਕੇ ਜ਼ਿਕਰ ਕੀਤਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਸ਼੍ਰੀ ਰਾਗ ਅੰਦਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ। ਸਾਥੀ ਦੇ ਅਰਥ ਨੇ ਜੀਵ ਰੂਪੀ ਆਤਮਾ ਪ੍ਰਮਾਤਮਾ ਦੇ ਕੋਲ ਜਾਣ ਲੱਗਿਆ। ਪਤੀ ਦੀ ਤੇ ਪਤਨੀ ਦੀ ਗੱਲ ਕੀਤੀ ਹੈ। ਜਾਂ ਸਾਥੀ ਉੱਠੀ ਚਲ ਸੀ ਤਾਂ ਤਨ ਖਾਕੂ ਰਾਲ। ਜਦੋਂ ਸਾਥੀ ਸੰਸਾਰ ਤੋਂ ਇਸ ਜੀਵ ਆਤਮਾ ਵਿੱਚੋਂ ਨਿਕਲ ਕੇ ਪ੍ਰਮਾਤਮਾ ਦੇ ਕੋਲ ਚਲੀ ਗਈ ਤੇ ਇਹ ਜਿਹੜੀ ਧਨ ਜੀਵ ਰੂਪੀ ਇਹ ਧਨ ਇਸਤਰੀ ਹੈ, ਸਰੀਰ ਰੂਪੀ ਇਸਤਰੀ ਹੈ, ਇਹ ਖਾਕ ਹੋ ਜਾਂਦੀ ਹੈ, ਨੇਸ ਤੋਂ ਨਾਬੂਦ ਹੋ ਜਾਂਦੀ ਹੈ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਚਰ ਵਸਿਆ ਕੰਤ ਘਰ। ਕਿਤੇ ਗੁਰਬਾਣੀ ਦੇ ਵਿੱਚ ਸੰਵਾਦ ਜਿਹੜਾ ਆਤਮਾ ਦੇ ਤੇ ਸਰੀਰ ਦਾ ਪਤੀ ਪਤਨੀ ਕਰਕੇ ਹੈ, ਉੱਥੇ ਆਤਮਾ ਜਿਹੜੀ ਹੈ ਉਹ ਪਤੀ ਹੈ, ਸਰੀਰ ਜਿਹੜੀ ਕਾਇਆ ਇਹ ਪਤਨੀ ਹੈ। ਐਸਾ ਸੰਵਾਦ ਗੁਰਬਾਣੀ ਵਿੱਚ ਅਨੇਕਾਂ ਜਗ੍ਹਾ ਤੁਹਾਨੂੰ ਮਿਲੇਗਾ। ਭਾਵ ਕਿ ਕਾਇਆ ਦਾ, ਇਸਤਰੀ ਦਾ, ਜੀਵ ਆਤਮਾ ਪਤੀ ਦਾ ਤੁਹਾਨੂੰ ਸੰਵਾਦ ਗੁਰਬਾਣੀ ਵਿੱਚ ਜਗ੍ਹਾ ਜਗ੍ਹਾ ਮਿਲੇਗਾ ਜਦੋਂ ਤੁਸੀਂ ਧਿਆਨ ਨਾਲ ਬਾਣੀ ਪੜ੍ਹੋਗੇ। ਜਿਚਰ ਵਸਿਆ ਕੰਤ ਘਰ। ਕੰਤ ਦੇ ਅਰਥ ਨੇ ਪਤੀ, ਖਸਮ। ਜੀਓ ਜੀਓ ਸਭ ਕਹਾਤ। ਸਾਰੇ ਕਹਿੰਦੇ ਨੇ ਜੀ ਜੀ, ਆਓ ਜੀ, ਬੈਠੋ ਜੀ, ਕਿਉਂਕਿ ਸਾਡਾ ਕੰਤ, ਸਾਡਾ ਪਤੀ ਸਾਡੇ ਨਾਲ ਹੈ। ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਇਸ ਜੀਵ ਰੂਪੀ ਇਸਤਰੀ, ਕਾਇਆ ਰੂਪੀ ਇਸਤਰੀ ਦੇ ਵਿੱਚੋਂ ਜੀਵ ਆਤਮਾ ਰੂਪੀ ਪਤੀ ਪ੍ਰਵਾਸ ਕਰ ਜਾਂਦਾ ਹੈ ਨਾ, ਉੱਠ ਕੇ ਚਲਾ ਜਾਂਦਾ ਹੈ ਨਾ, ਫਿਰ ਇਹਦੀ ਕੋਈ ਬਾਤ ਨਹੀਂ ਪੁੱਛਦਾ, ਇਹਨੂੰ ਕੋਈ ਜੀ ਨਹੀਂ ਕਹਿੰਦਾ। ਫਿਰ ਕੀ ਹੁੰਦਾ? ਕਾਢੋ ਕਾਢੋ ਹੋਈ ਦੇਹਰੀ ਬੈਠੀ ਮਾਤਾ ਰੋਵੇ, ਖਟੀਆ ਲੈ ਗਏ ਭਾਈ, ਲੱਟ ਛਟਕਾਏ ਤ੍ਰਿਆ ਰੋਵੇ, ਹੰਸ ਖੇਲਾ ਜਾਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭੂਤ ਰਹਿਣ ਕਿਉਂ ਦੀਆ। ਫਿਰ ਇਸ ਸਰੀਰ ਨੂੰ ਜਿਹਨੂੰ ਲੋਕ ਜੀ ਜੀ ਕਹਿੰਦੇ ਸਨ, ਲੋਕ ਸਤਿਕਾਰ ਦਿੰਦੇ ਸਨ, ਲੋਕ ਬਹਿਣ ਵਾਸਤੇ ਜਗ੍ਹਾ ਦਿੰਦੇ ਸਨ, ਲੋਕ ਆਦਰ ਦਿੰਦੇ ਸਨ, ਹੱਥ ਜੋੜ ਕੇ ਸਿਰ ਝੁਕਾਉਂਦੇ ਸਨ, ਪਰ ਜਦੋਂ ਇਹਦੇ ਵਿੱਚੋਂ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਫਿਰ ਕੋਈ ਇਹਦੀ ਬਾਤ ਨਹੀਂ ਪੁੱਛਦਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਇਹਦੇ ਵਿੱਚੋਂ ਜਿਹੜਾ ਇਹਦਾ ਖਸਮ ਸੀ ਉਹ ਵੱਖ ਹੋ ਗਿਆ, ਜਿਹੜਾ ਇਹਦੀ ਰਾਖੀ ਵਾਸਤੇ ਬੈਠਾ ਸੀ ਉਹ ਵੱਖ ਹੋ ਗਿਆ, ਉਹ ਚਲਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੇਵ ਕੜੇ ਸਹੁ ਸੇਵ ਤੂੰ, ਸਹੁ ਰੜੇ ਸੁਖ ਵਸ। ਹੁਣ ਕਰਨਾ ਕੀ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਸ ਪੇਵਕੜੇ ਘਰ ਵਿੱਚ ਸ਼ਹੁਰ ਨੂੰ ਸੇਵ, ਆਪਣੇ ਪਤੀ ਨੂੰ ਯਾਦ ਕਰਦੀ ਰਹੇ। ਪਤੀ ਕੌਣ ਹੈ? ਵਾਹਿਗੁਰੂ ਪ੍ਰਮਾਤਮਾ। ਅਸੀਂ ਸਾਰੇ ਵਾਹਿਗੁਰੂ ਪ੍ਰਮਾਤਮਾ ਦੀਆਂ ਇਸਤਰੀਆਂ ਹਾਂ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਪੇਵਕੜੇ ਸਹੁ ਸੇਵ ਤੂੰ। ਸਹੁ ਨੂੰ ਕਿਵੇਂ ਸੇਵਣਾ? ਸੁਖ ਸੋਹਿਲੜਾ ਹਰ ਧਿਆਵੋ। ਸਹੁ ਨੂੰ ਕਿਵੇਂ ਯਾਦ ਕਰਨਾ? ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੋਹਿਲਾ। ਐਉਂ ਯਾਦ ਕਰਨਾ। ਉਸ ਨਿਰਭਉ ਦੇ ਸੋਹਲੇ ਗਾਉਣੇ ਨੇ, ਉਸ ਨਿਰਭਉ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਣੇ ਨੇ, ਜਿਸ ਦੇ ਬਾਬਤ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਇਹ ਉਹ ਗੀਤ ਨਹੀਂ ਜਿਹੜੇ ਆਮ ਗਾਇਕ ਗਾਉਂਦੇ ਨੇ, ਇਹ ਉਹ ਗੀਤ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ। ਪਰ ਦੂਸਰੇ ਪਾਸੇ ਪਾਤਸ਼ਾਹ ਕਹਿੰਦੇ ਲੋਕ ਜਾਣੈ ਇਹੋ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਲੋਕਾਂ ਨੇ ਸਮਝ ਲਿਆ ਕਿ ਗੀਤ ਹੀ ਹੈ ਨਿਰਾਪਰਾ। ਵੈਸੇ ਜਿਹੜੇ ਰੱਬ ਦੇ ਪਿਆਰੇ ਭਗਤ ਸਨ, ਜਦੋਂ ਉਹਨਾਂ ਨੇ ਭਗਤੀ ਕੀਤੀ, ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਉਹਨਾਂ ਦੇ ਅੰਦਰੋਂ ਨਿਕਲੇ।
ਪਰਮਾਤਮਾ ਦੀ ਸਿਫਤ ਸਲਾਹ ਦੀ ਉਸਤਤ ਦੇ ਵਿੱਚ ਉਹਨਾਂ ਦੀ ਰਸਨਾ ਤੋਂ ਜਿਹੜੀ ਬਾਣੀ ਨਿਕਲੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਿਫਤ ਸਲਾਹ ਦੇ ਗੀਤ ਸਨ, ਸੋਲੇ ਸਨ। ਉਹਨਾਂ ਨੂੰ ਗੀਤ ਚਾਹੇ ਸੰਗੀਤ ਨਿਕਲਿਆ, ਸੰਗੀਤ ਦੇ ਦੁਆਰਾ ਉਹਨਾਂ ਨੇ ਗੀਤ ਗਾਏ। ਉਹ ਕਿਸੇ ਯੂਨੀਵਰਸਿਟੀ ਦੇ ਵਿੱਚ ਨਹੀਂ ਸਿੱਖਣ ਵਾਸਤੇ ਗਏ, ਉਹ ਕਿਸੇ ਉਸਤਾਦ ਕੋਲੋਂ ਸੰਗੀਤ ਸਿੱਖਣ ਵਾਸਤੇ ਨਹੀਂ ਗਏ, ਉਹ ਕਿਸੇ ਵਿਦਿਆਲੇ ਦੇ ਵਿੱਚੋਂ ਵਿਦਿਆ ਪੜ੍ਹਨ ਵਾਸਤੇ ਨਹੀਂ ਗਏ। ਭਗਤ ਰਵਿਦਾਸ ਜੀ ਮਹਾਰਾਜ ਤਾਂ ਬਾਜ਼ਾਰ ਦੇ ਵਿੱਚ ਜੁੱਤੀਆਂ ਗੰਢਦੇ ਪਏ ਨੇ, ਪਰ ਅੰਦਰੋਂ ਗੀਤ ਨਿਕਲ ਰਹੇ ਨੇ ਪਰਮਾਤਮਾ ਦੇ। ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ। ਭਗਤ ਰਵਿਦਾਸ ਜੀ ਮਹਾਰਾਜ ਤਾਂ ਜੁੱਤੀਆਂ ਗੰਢਦੇ ਨੇ, ਕਿਹੜੀ ਯੂਨੀਵਰਸਿਟੀ ਵਿੱਚ ਗਏ, ਪਰ ਜਦੋਂ ਭਗਤੀ ਕੀਤੀ, ਪਰਮਾਤਮਾ ਦੀ ਇਬਾਦਤ ਕੀਤੀ, ਉਹਨਾਂ ਦੇ ਅੰਦਰੋਂ ਸਿਫਤ ਸਲਾਹ ਦੇ ਗੀਤ ਨਿਕਲੇ। ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੇ ਦਰਜ ਕਰ ਦਿੱਤੇ। ਉਹਨਾਂ ਦੇ ਅੰਦਰੋਂ ਗੀਤ ਨਿਕਲੇ। ਭਗਤ ਕਬੀਰ ਸਾਹਿਬ ਮਹਾਰਾਜ ਤਾਂ ਕੱਪੜੇ ਬੁਣਨ ਦਾ ਕੰਮ ਕਰਦੇ ਸਨ, ਖੱਡੀਆਂ ਬੁਣਨ ਦਾ ਕੰਮ ਕਰਦੇ ਸਨ। ਕਿਹੜੀ ਯੂਨੀਵਰਸਿਟੀ ਵਿੱਚ ਗਏ? ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸਭ ਤੋਂ ਜ਼ਿਆਦਾ ਬਾਣੀ ਭਗਤਾਂ ਦੇ ਵਿੱਚੋਂ ਭਗਤ ਕਬੀਰ ਸਾਹਿਬ ਮਹਾਰਾਜ ਦੀ ਹੈ। ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਔਰ ਮਹਿੰਗੀ ਮਹਿੰਗੀ ਬਾਣੀ ਹੈ, ਔਖੀ ਔਖੀ ਬਾਣੀ ਹੈ, ਪੜ੍ਹਨੀ ਵੀ ਕਠਨ ਹੈ। ਸੰਥਿਆ ਲੈ ਤੋਂ ਬਿਨਾਂ ਭਗਤ ਕਬੀਰ ਸਾਹਿਬ ਮਹਾਰਾਜ ਦੀ ਐਸੀ ਬਾਣੀ ਹੈ, ਪੜ੍ਹੀ ਨਹੀਂ ਜਾਏਗੀ ਤੁਹਾਡੇ ਕੋਲੋਂ। ਭਗਤ ਨਾਮਦੇਵ ਜੀ ਮਹਾਰਾਜ ਤਾਂ ਕੱਪੜੇ ਰੰਗਦੇ ਨੇ, ਪਰ ਰੰਗਦਿਆਂ ਭਗਤੀ ਕਰਦਿਆਂ ਪਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਨਿਕਲੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਮੁਤਾਬਕ ਦੀਨ ਦੁਨੀਆ ਦੇ ਮਾਲਕ ਜਦੋਂ ਸੁਲਤਾਨਪੁਰ ਲੋਧੀ ਤੋਂ ਚੱਲੇ ਨੇ, ਬਾਬਾ ਦੇਖੇ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸ ਆਈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਸਾਰੇ ਹੱਥ ਜੋੜ ਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਵੋ ਤੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਦੋਂ ਕੀ ਸੀ ਨਾਲ? ਭਾਈ ਮਰਦਾਨੇ ਨੂੰ ਲੈ ਭਾਈ ਮਰਦਾਨਿਆ ਰਬਾਬ ਤੂੰ ਵਜਾ, ਕੀਰਤੀ ਕਰਨੀ ਅਕਾਲ ਪੁਰਖ ਵਾਹਿਗੁਰੂ ਦੀ। ਲੈ ਇਸ ਰਬਾਬ ਦੇ ਨਾਲ ਤਾਂ ਲੋਕਾਂ ਦੇ ਸੋਹਲੇ ਗਾਉਂਦਾ ਫਿਰਦਾ ਸੀ। ਕੋਈ ਆਟਾ ਦੇ ਦਿੰਦਾ ਸੀ, ਕੋਈ ਦਾਲ ਦੇ ਦਿੰਦਾ ਸੀ, ਤੈਨੂੰ ਕੋਈ ਬਸਤਰ ਦੇ ਦਿੰਦਾ ਸੀ, ਕੋਈ ਪਦਾਰਥ ਦੇ ਦਿੰਦਾ ਸੀ। ਸਾਹਿਬਾਂ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਕਿ ਤੇ ਲੋਕਾਂ ਦੀ ਸਿਫਤੀ ਨਾ ਕਰਦੇ ਮਰ ਜਾਇਓ। ਬਹੁਤਾਤ ਦੇ ਵਿੱਚ ਸਾਡੀ ਆਦਤ ਕੀ ਬਣੀ ਹੈ ਕਿ ਜਦੋਂ ਕੋਈ ਵੱਡਾ ਲੀਡਰ ਆ ਜਾਵੇ ਅਸੀਂ ਉਹਦੇ ਸਿਫਤਾਂ ਦੇ ਪੁਲ ਬੰਨ੍ਹ ਦਿੰਦੇ ਹਾਂ। ਪਰ ਮਹਾਰਾਜ ਕਹਿੰਦੇ ਲੋਕਾਂ ਨਾ ਸਲਾਹੇ ਜੋ ਮਰ ਵੰਝ ਸੀ। ਐਵੇਂ ਲੋਕਾਂ ਨੂੰ ਨਾ ਸਲਾਉਂਦਾ ਫਿਰ, ਲੋਕਾਂ ਦੇ ਸੋਲੇ ਨਾ ਗਾਉਂਦਾ ਫਿਰ, ਇਹ ਸੰਸਾਰ ਤੋਂ ਚਲੇ ਜਾਣੇ ਨੇ, ਇਹ ਸਾਰੇ ਮਰ ਜਾਣੇ ਨੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋਲੇ ਗਾਉਣੇ ਨੇ ਤਾਂ ਕਰਤੇ ਦੇਗਾ ਅਕਾਲ ਪੁਰਖ ਵਾਹਿਗੁਰੂ ਦੇਗਾ। ਤੇ ਗਾਉਣੇ ਕਿਵੇਂ ਨੇ, ਕਿੱਥੇ ਗਾਉਣੇ ਨੇ? ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਸਾਰਾ ਹੀ ਨਿਰਣਾ ਕੀਤਾ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਘਰ ਦੇ ਅਰਥ ਵੈਸੇ ਹਿਰਦਾ ਵੀ ਹੈ, ਘਰ ਦੇ ਅਰਥ ਗੁਰੂ ਘਰ ਵੀ ਹੈ। ਵਾਸਤਵ ਦੇ ਵਿੱਚ ਜਦੋਂ ਮਨੁੱਖ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਨੂੰ ਦਿਲ ਕੀਤਾ ਨਾ, ਫਿਰ ਅਸੀਂ ਗੁਰਦੁਆਰੇ ਸਾਹਿਬ ਬਣਾਏ, ਕਿਉਂਕਿ ਘਰ ਦੇ ਵਿੱਚ ਬੈਠਿਆਂ ਸਾਨੂੰ ਚਿੰਤਾ ਸਤਾਏਗੀ। ਘਰ ਦੇ ਵਿੱਚ ਬੈਠਿਆਂ ਉਹਦੀ ਸਿਫਤ ਸਲਾਹ ਕਰਦਿਆਂ ਹੋ ਸਕਦਾ ਹੈ ਕਿ ਸਾਡਾ ਮਨ ਨਾ ਟਿਕੇ। ਦੁਨੀਆ ਨੇ ਫਿਰ ਮੰਦਰ ਇਜਾਦ ਕੀਤੇ, ਗਿਰਜੇ ਘਰ ਇਜਾਦ ਕੀਤੇ, ਧਾਰਮਿਕ ਅਸਥਾਨ ਮਸਜਿਦਾਂ ਇਜਾਦ ਕੀਤੀਆਂ, ਇਜਾਦ ਹੋਇਆ ਇਹਨਾਂ ਦਾ। ਪਰ ਜਿੱਥੇ ਕਰਤੇ ਦੀ ਸਿਫਤ ਕਰਨੀ ਹੈ, ਪਰ ਇੰਨੀ ਸ਼ਰਧਾ ਦੇ ਨਾਲ ਗੁਰੂ ਘਰ ਤਿਆਰ ਕੀਤੇ, ਇੰਨੀ ਭਾਵਨਾ ਦੇ ਨਾਲ ਗੁਰੂ ਘਰ ਤਿਆਰ ਕੀਤੇ, ਜਿੱਥੇ ਬੈਠ ਕੇ ਕਰਤੇ ਦੀ ਸਿਫਤ ਕਰਨੀ। ਇਹ ਤੁਸੀਂ ਅੰਦਾਜ਼ਾ ਲਾ ਲਿਓ। ਹੁਣ ਤੁਸੀਂ ਉੱਠ ਕੇ ਜਾਣਾ ਆਪਣੇ ਘਰਾਂ ਨੂੰ, ਆਪਣੇ ਬਿਜ਼ਨਸਾਂ ਨੂੰ। ਜੋੜੇ ਘਰ ਜਾਂਦੇ ਹੀ ਤੁਹਾਨੂੰ ਕਈ ਕਾਰਜ ਚੇਤੇ ਆ ਜਾਣੇ ਨੇ, ਕਈਆਂ ਦੀ ਚਿੰਤਾ ਪੈਦਾ ਹੋ ਜਾਣੀ ਹੈ। ਘਰ ਨੂੰ ਜਾਂਦਿਆਂ ਕਈ ਮਨ ਦੇ ਵਿੱਚ ਐਸੇ ਖਿਆਲ ਆਉਣੇ ਨੇ, ਮੇਰਾ ਆ ਵੀ ਕੰਮ ਕਰਨ ਵਾਲਾ ਹੈ, ਮੇਰਾ ਆ ਵੀ ਕੰਮ ਕਰਨ ਵਾਲਾ ਹੈ। ਪਰ ਜਦੋਂ ਤੁਸੀਂ ਘਰ ਤੋਂ ਗੁਰਦੁਆਰਾ ਸਾਹਿਬ ਨੂੰ ਤੁਰੋਗੇ, ਧਾਰਮਿਕ ਸਥਾਨ ਨੂੰ ਤੁਰੋਗੇ,
ਤੁਹਾਡੇ ਅੰਦਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਚਿੰਤਨ ਸ਼ੁਰੂ ਹੋਏਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਇਹਨਾਂ ਘਰਾਂ ਵਿੱਚ ਬੈਠ ਕੇ ਸਿਫਤ ਕਰਨੀ ਹੈ, ਸਤ ਸੰਗਤ ਦੇ ਵਿੱਚ ਬੈਠ ਕਰਕੇ ਸਿਫਤ ਸਲਾਹ ਕਰਨੀ। ਇੰਨੀ ਸ਼ਰਧਾ ਦੇ ਨਾਲ ਗੁਰੂ ਘਰ ਬਣਾਏ ਨੇ ਅਸੀਂ, ਇੰਨੀ ਭਾਵਨਾ ਦੇ ਨਾਲ। ਮਨੁੱਖ ਸੋਚਦਾ ਮੇਰਾ ਘਰ ਭਾਵੇਂ ਕੱਚਾ ਹੋਵੇ, ਪਰ ਜਿੱਥੇ ਬੈਠ ਕੇ ਮੈਂ ਕਰਤੇ ਨੂੰ ਚੇਤੇ ਕਰਦਾ ਹੈ ਨਾ, ਜਿੱਥੇ ਬੈਠ ਕੇ ਮੈਨੂੰ ਵਾਹਿਗੁਰੂ ਪ੍ਰਮਾਤਮਾ ਚੇਤੇ ਆਉਂਦਾ ਹੈ ਨਾ, ਉਹ ਘਰ ਉੱਚਾ ਤੇ ਚੜ੍ਹਦੀ ਕਲਾ ਵਾਲਾ ਜ਼ਰੂਰ ਹੋਣਾ ਚਾਹੀਦਾ ਹੈ। ਮਨੁੱਖ ਦਾ ਭਾਵੇਂ ਆਪਣਾ ਘਰ ਛੋਟਾ ਹੋਵੇ, ਪਰ ਉਹਦੀ ਭਾਵਨਾ, ਉਹਦੀ ਸ਼ਰਧਾ ਹੈ ਕਿ ਜਿਸ ਘਰ ਵਿੱਚ ਬੈਠ ਕਰਕੇ ਮੈਂ ਕਰਤੇ ਦੀ ਸਿਫਤ ਕਰਨੀ ਹੈ। ਮਨੁੱਖ ਦੇ ਆਪਣੇ ਘਰ ਵਿੱਚ ਬੈਠਣ ਵਾਸਤੇ ਭਾਵੇਂ ਕੋਈ ਦਰੀ ਚੱਜ ਦੀ ਨਾ ਹੋਵੇ, ਪਰ ਉਹਦੇ ਅੰਦਰ ਸ਼ਰਧਾ ਹੈ ਕਿ ਜਿਸ ਜਗ੍ਹਾ ਤੇ ਬੈਠ ਕੇ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਨਾ ਹੈ, ਜਿੱਥੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੀ ਸੋਝੀ ਮਿਲਣੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਉਹ ਘਰ ਦੇ ਵਿੱਚ ਮਾੜੀ ਚਾਦਰ ਨਹੀਂ ਵਿਛੀ ਹੋਣੀ ਚਾਹੀਦੀ। ਭਾਵੇਂ 100 ਰੁਪਈਆ ਭਾਵੇਂ 500 ਰੁਪਈਆ ਦਿਹਾੜੀ ਕਮਾਉਂਦਾ ਹੋਵੇ ਨਾ, ਉਹਦੀ ਭਾਵਨਾ ਹੁੰਦੀ ਹੈ ਕਿ ਗੁਰੂ ਘਰ ਵਿੱਚ ਬਣ ਰਹੀ, ਗੁਰੂ ਘਰ ਵਿੱਚ ਚੱਲ ਰਹੀ ਸੇਵਾ ਵਿੱਚ ਮੈਂ ਆਪਣਾ ਯੋਗਦਾਨ ਜ਼ਰੂਰ ਪਾਵਾਂ, ਕਿਉਂਕਿ ਇਹ ਸੇਵਾ ਜਿਹੜੀ ਹੈ ਮੁਕੰਮਲ ਹੋ ਜਾਵੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਕਰਕੇ ਸਾਡੀ ਸ਼ਰਧਾ ਦੇ ਨਾਲ, ਸਾਡੀ ਭਾਵਨਾ ਦੇ ਨਾਲ, ਇਹ ਸ਼ਰਧਾ ਦੇ ਵਿੱਚੋਂ ਗੁਰਦੁਆਰੇ ਸਾਹਿਬ ਬਣੇ ਨੇ। ਨਿਸ਼ਰਦਕ ਬੰਦੇ ਕਦੀ ਗੁਰੂ ਘਰ ਵਿੱਚ ਮਾਇਆ ਨਹੀਂ ਦੇ ਸਕਦੇ। ਨਿਸ਼ਰਦਕ ਬੰਦੇ ਕਦੀ ਗੁਰੂ ਘਰ ਵਿੱਚ ਲੱਗਾ ਹੋਇਆ ਸੋਨਾ ਵੇਖ ਕੇ ਕਦੀ ਖੁਸ਼ ਨਹੀਂ ਜੇ ਹੁੰਦੇ। ਉਹ ਸੋਚਣਗੇ, ਉਹ ਕਹਿਣਗੇ ਇਹ ਸੋਨਾ ਇੱਥੇ ਲਾਇਆ ਕਿਸੇ ਗਰੀਬ ਦੇ ਘਰ ਵਿੱਚ ਦਿੱਤਾ ਹੁੰਦਾ। ਤੇ ਗਰੀਬਾਂ ਦੀ, ਉਹਨਾਂ ਦਸਾਂ ਨੋਵਾਂ ਦੀ ਕਿਰਤ ਕਰਨ ਵਾਲਿਆਂ ਦੀ ਦਸਾਂ ਨੋਵਾਂ ਦੀ ਕਿਰਤ ਦੇ ਨਾਲ ਤਾਂ ਰੁਪਈਏ ਦੇ ਨਾਲ, ਥੇਲੀ ਦੇ ਨਾਲ, 10-10 5-5 ਰੁਪਈਆਂ ਦੇ ਨਾਲ ਤਾਂ ਇਹ ਗੁਰੂ ਘਰ ਬਣੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਐਸੀ ਭਾਵਨਾ ਸ਼ਰਧਾ ਦੇ ਵਿੱਚੋਂ ਉਪਜੇ ਸਾਡੇ ਗੁਰੂ ਘਰ, ਭਾਵਨਾ ਦੇ ਵਿੱਚੋਂ ਪ੍ਰਗਟ ਹੋਏ ਸਾਡੇ ਗੁਰੂ ਘਰ ਚੜ੍ਹਦੀ ਕਲਾ ਵਾਲੇ ਸੰਗੇ ਮਰਮਰ ਦੇ। ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਪਿਆਰਿਆ ਜੈ ਘਰ ਕੀਰਤ ਆਖੀਐ। ਜਿਸ ਘਰ ਵਿੱਚ ਬੈਠ ਕਰਕੇ ਕਰਤੇ ਦੀ ਕੀਰਤੀ ਕਰਨੀ ਹੈ। ਸਿਵਰਹੋ ਦੇ ਅਰਥ ਨੇ ਸਿਮਰੋ। ਜਿਸ ਘਰ ਵਿੱਚ ਬੈਠ ਕਰਕੇ ਵਾਹਿਗੁਰੂ ਪ੍ਰਮਾਤਮਾ ਦੇ ਕਰਤੇ ਦੀ ਕੀਰਤੀ ਕਰਨੀ ਹੈ ਨਾ, ਅਕਾਲ ਪੁਰਖ ਵਾਹਿਗੁਰੂ ਨੂੰ ਸਿਵਰਹੋ ਸਿਰਜਣਹਾਰੋ। ਸਿਰਜਣਹਾਰ ਕੌਣ ਹੈ? ਸੰਸਾਰ ਦਾ ਸਿਰਜਣਹਾਰ ਕੌਣ ਹੈ? ਵਾਹਿਗੁਰੂ ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਜੈ ਘਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ। ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਕਰਨੀ ਹੈ। ਕੀ ਵਿਚਾਰ ਕਰਨੀ ਹੈ? ਮੇਰੇ ਕਰਤੇ ਦੇ ਵਿੱਚ ਆਹ ਗੁਣ ਨੇ, ਮੇਰੇ ਅਕਾਲ ਪੁਰਖ ਵਾਹਿਗੁਰੂ ਦੇ ਕਰਤੇ ਦੇ ਵਿੱਚ ਆਹ ਗੁਣ ਨੇ। ਉਹਦੀ ਵਿਚਾਰ ਕਰਨੀ। ਵਿਚਾਰ ਅਸੀਂ ਤੁਸੀਂ ਕੀ ਕਰ ਸਕਦੇ ਹਾਂ, ਉਹਦਾ ਅੰਤ ਕਿਵੇਂ ਪਾ ਸਕਦੇ, ਪਰ ਵਿਚਾਰ ਕਰਨੀ ਹੈ ਕਿ ਜਿਸ ਜਾ ਪ੍ਰਭ ਕੀ ਹੋਂ ਚੇਰਲੀ ਸੋ ਸਭ ਤੇ ਉੱਚਾ। ਇਹ ਵਿਚਾਰ ਕਰਨੀ ਹੈ। ਕੀ ਵਿਚਾਰ ਕਰਨੀ ਹੈ? ਮੇਰਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੈਂ ਕੀਰਤੀ ਕਰ ਰਿਹਾ, ਉਹ ਨਿਰਭਉ ਹੈ, ਭੈ ਤੋਂ ਰਹਿਤ ਹੈ। ਜਿਸ ਕਰਤੇ ਦੀ ਮੈਂ ਕੀਰਤੀ ਕਰ ਰਿਹਾ ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਵੀ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵਿਚਾਰ ਕਰਨੀ ਹੈ, ਹੋਰ ਅਸੀਂ ਉਹਦੀ ਵਿਚਾਰ ਕੁਝ ਨਹੀਂ ਕਰ ਸਕਦੇ। ਜੈ ਘਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ। ਉਹਦੀ ਵਿਚਾਰ ਇਹ ਕਰਨੀ। ਉਹ ਨਿਰਭਉ ਹੈ, ਉਹ ਨਿਰਵੈਰ ਹੈ, ਅਕਾਲ ਮੂਰਤ ਹੈ, ਕਾਲ ਤੋਂ ਰਹਿਤ ਹੈ, ਅਜੂਨੀ ਹੈ, ਜੂਨਾ ਤੋਂ ਰਹਿਤ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਦੇਹਧਾਰੀ ਡੰਬੀ ਪਖੰਡੀਆਂ ਦੇ ਡੇਰਿਆਂ ਤੇ ਜਾਣ ਵਾਲਿਓ, ਆਪਣੇ ਗੁਰੂ ਦਾ ਦਰ ਛੱਡ ਕਰਕੇ, ਆਪਣੇ ਪੂਰੇ ਗੁਰੂ ਦਾ ਦਰ ਛੱਡ ਕਰਕੇ ਉਹਨਾਂ ਦੇ ਡੇਰਿਆਂ ਤੇ ਜਾ ਕੇ ਧੱਕੇ ਖਾਣ ਵਾਲਿਓ, ਕਦੀ ਸੋਚ ਲਿਆ ਕਰੋ 2 ਮਿੰਟ ਬੈਠ ਕੇ ਚਿੰਤਨ ਕਰ ਲਿਆ ਕਰੋ ਕਿ ਜਿਹਦੇ ਡੇਰੇ ਤੇ ਮੈਂ ਚੱਲਿਆ ਉਹਦਾ ਇੱਕ ਵੀ ਗੁਣ ਮੇਰੇ ਗੁਰੂ ਦੇ ਨਾਲ ਮਿਲਦਾ ਹੈ। ਉਹਦੇ ਵਿੱਚ ਕਿਹੜੇ ਕਿਹੜੇ ਗੁਣ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵਿਚਾਰ ਕਰਨੀ ਹੈ। ਇਹ ਵਿਚਾਰ ਕਰਨੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਐਸਾ ਸਿਰਜਣਹਾਰ ਹੈ, ਐਸਾ ਸਮਰੱਥ ਹੈ, ਐਸਾ ਤਾਕਤਵਰ ਹੈ
ਉਹ ਛਿੰਨ ਦੇ ਵਿੱਚ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ। ਉਹਦੀ ਕੀਰਤੀ ਕਰਦਿਆਂ ਕਰਦਿਆਂ ਵਿਚਾਰ ਕਰਨੀ ਹੈ ਕਿ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਉਹ ਮੇਰੇ ਗੁਰੂ ਦੇ ਵਿੱਚ ਬਖਸ਼ਿਸ਼ ਹੈ ਪਿਆਰਿਆ, ਭਿਖਾਰੀ ਤੇ ਰਾਜ ਕਰਾਵੇ। ਹੈ ਕੋਈ ਦੁਨੀਆ ਦੇ ਉੱਪਰ ਐਸਾ ਗੁਰੂ ਜਿਹੜਾ ਭਿਖਾਰੀਆਂ ਨੂੰ ਰਾਜਾ ਬਣਾ ਦੇਵੇ? ਇੱਕ ਛਿੰਨ ਦੇ ਵਿੱਚ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਤਿਤ ਘਰ ਗਾਵੋ ਸੋਹਿਲਾ। ਉਸ ਘਰ ਵਿੱਚ ਬੈਠ ਕਰਕੇ ਉਸ ਕਰਤੇ ਦਾ ਸੋਹਲਾ ਗਾਓ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਹਲਾ ਗਾਉਣਾ ਹੈ। ਇਹ ਸੋਹਲਾ ਸਿੱਖਾ ਤੂੰ ਤਾਂ ਪੜ੍ਹਨਾ ਹੈ ਕਿ ਜਦੋਂ ਤੇਰੀ ਮੌਤ ਆਵੇ ਤੂੰ ਮੌਤ ਤੋਂ ਡਰੇ ਨਾ। ਆ ਦਿੱਲੀ ਦੀ ਧਰਤੀ ਹੈ ਨਾ, ਦਿੱਲੀ ਦੀ ਧਰਤੀ ਦੇ ਉੱਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ 3 ਸਿੱਖ ਨੇ ਜਿਹੜੇ ਸੋਹਲਾ ਸਾਹਿਬ ਜੀ ਦਾ ਜਾਪ ਕਰਨ ਵਾਲੇ ਨੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ। ਲਾਜ਼ਮੀ ਹੈ ਕਿ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਪੜ੍ਹਦੇ ਹੋਣਗੇ, ਨਿਤਨੇਮ ਹੈ। ਕਿਉਂਕਿ ਇਹ ਬਚਨ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਬਚਨ ਕਰ ਦਿੱਤੇ ਸਨ। ਸੋਦਰ ਆਰਤੀ ਗਾਵੀ ਅੰਮ੍ਰਿਤ ਵੇਲੇ ਜਾਪ ਉਚਾਰਾ। ਜਾਪ ਤਾਂ ਇਹਨਾਂ ਬਾਣੀਆਂ ਦਾ ਕਰਦੇ ਨੇ, ਅਭਿਆਸ ਉਹਨਾਂ ਦਾ ਸੀ। ਭਾਈ ਮਤੀ ਦਾਸ ਜੀ ਦੇ ਸਾਹਮਣੇ ਜਲਾਦ ਆ ਗਿਆ, ਫਤਵਾ ਲੱਗ ਗਿਆ 2 ਫੱਟਿਆਂ ਵਿੱਚ ਬੰਨ੍ਹ ਕੇ ਦੁਫਾੜ ਕਰ ਦਿੱਤਾ ਜਾਵੇਗਾ। ਭਾਈ ਮਤੀ ਦਾਸ ਜੀ ਨੂੰ ਜਲਾਦ ਕਹਿਣ ਲੱਗਾ, ਮਤੀ ਦਾਸਾ 2 ਗੱਲਾਂ ਨੇ ਤੇਰੇ ਸਾਹਮਣੇ, ਇੱਕ ਦੀ ਚੋਣ ਕਰ ਲੈ। ਜੇ ਤੇ ਤੂੰ ਜਿਹੜਾ ਗੁਰੂ ਪਿੰਜਰੇ ਦੇ ਵਿੱਚ ਹੈ ਉਹਦਾ ਹੁਕਮ ਮੰਨਣਾ ਹੈ ਤਾਂ ਤੈਨੂੰ 2 ਫਾੜ ਕਰ ਦਿੱਤਾ ਜਾਵੇਗਾ। ਇੱਕ ਛਿੰਨ ਦੇ ਵਿੱਚ 2 ਹਿੱਸਿਆਂ ਦੇ ਵਿੱਚ ਤੇਰਾ ਤਨ ਕਰ ਦਿੱਤਾ ਜਾਵੇਗਾ। ਵੇਖ ਲਾ ਫਤਵਾ ਲੱਗ ਚੁੱਕਾ ਹੈ, ਮੈਨੂੰ ਹੁਕਮ ਹੋ ਗਿਆ। ਦੂਸਰਾ, ਜੇ ਤੂੰ ਪਿੰਜਰੇ ਵਾਲੇ ਗੁਰੂ ਦੇ ਹੁਕਮ ਮੰਨਣ ਤੋਂ ਇਨਕਾਰੀ ਹੋ ਜਾਵੇਂ ਤੇ ਬਾਦਸ਼ਾਹ ਦੀ ਗੱਲ ਮੰਨ ਲਵੇਂ, ਇਸਲਾਮ ਕਬੂਲ ਕਰ ਲਵੇਂ, ਤਾਂ ਦੁਨੀਆ ਦੀ ਸਾਰੀ ਐਸ਼ੋ ਇਸ਼ਰਤ, ਦੁਨੀਆ ਦੇ ਹਿੰਦੁਸਤਾਨ ਦੇ ਤਮਾਮ ਐਸ਼ੋ ਇਸ਼ਰਤ ਤੇਰੀ ਝੋਲੀ ਦੇ ਵਿੱਚ ਪੈਣਗੇ, ਪਦਾਰਥ ਪੈਣਗੇ, ਮਾਇਆ ਦੇ ਅੰਬਾਰ ਤੇਰੇ ਅੱਗੇ ਲੱਗ ਜਾਣਗੇ। ਭਾਈ ਮਤੀ ਦਾਸ ਜੀ ਨੇ ਪਤਾ ਕੀ ਆਖਿਆ ਸੀ? ਆਖਿਆ ਦੋਵਾਂ ਦੀ ਮੈਂ ਚੋਣ ਤਾਂ ਕਰਾਂ ਜੇ ਦੋਵਾਂ ਬਾਰੇ ਮੈਨੂੰ ਗਿਆਨ ਹੋਵੇ। ਇੱਕ ਬਾਰੇ ਗਿਆਨ ਹੈ, ਧਨ ਦੌਲਤ ਦਾ, ਪਦਾਰਥਾਂ ਦਾ ਗਿਆਨ ਹੈ ਮੈਨੂੰ, ਪਰ ਦੂਸਰਾ ਆਰੇ ਦੇ ਨਾਲ ਚੀਰੇ ਜਾਣ ਦਾ ਮੈਨੂੰ ਗਿਆਨ ਨਹੀਂ। ਗਿਆਨ ਮੈਨੂੰ, ਮੈਂ ਵਾਕਿਫ ਤਾਂ ਹੋ ਸਕਦਾ, ਮੈਂ ਇਹਦੇ ਤੋਂ ਨਾਵਾਕਿਫ ਹਾਂ। ਇੱਕ ਚੀਜ਼ ਤੋਂ ਮੈਂ ਵਾਕਿਫ ਹਾਂ, ਪਰ ਇੱਕ ਚੀਜ਼ ਤੋਂ ਮੈਂ ਨਾਵਾਕਿਫ ਹਾਂ, ਉਹ ਹੈ ਆਰੇ ਦੇ ਨਾਲ ਚੀਰਿਆ ਜਾਣਾ। ਕਿਤੇ 2 ਚੀਰ ਤਾਂ ਦੇ, ਮੈਂ ਵਾਕਿਫ ਤਾਂ ਹੋਵਾਂ ਕਿ ਕਿੱਦਾਂ ਦਾ, ਫਿਰ ਮੈਂ ਨਿਰਣਾ ਕਰਾਂਗਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਨੇ ਸਮਝ ਲਿਆ, ਜਿਨ੍ਹਾਂ ਨੇ ਉਹਦੇ ਕਰਤੇ ਦੇ ਸੋਹਲੇ ਗਾਏ, ਉਹਨਾਂ ਨੇ ਮੌਤ ਨੂੰ ਵੀ ਮਖੌਲਾਂ ਕੀਤੀਆਂ। ਮੌਤ ਨੂੰ ਵੀ ਉਹ ਮੌਤ ਦੇ ਨਾਲ ਵੀ ਲੜ ਗਏ, ਮੌਤ ਨੂੰ ਵੀ ਉਹਨਾਂ ਖਿਡਾ ਵੀ ਸਮਝਿਆ। ਕਹਿੰਦੇ ਜਦੋਂ 2 ਚੀਰ ਜਲਾਦ ਨੇ ਦਿੱਤੇ, ਸੀਸ ਵਿੱਚੋਂ ਖੂਨ ਦੇ ਕਤਰੇ ਡਿੱਗੇ, ਚਿਹਰੇ ਤੋਂ ਹੁੰਦੇ ਹੋਏ ਜਦੋਂ ਦਾੜੇ ਤੇ ਆਏ ਨਾ, ਕਹਿੰਦੇ 2 ਚੀਰੇ ਦੇ ਕੇ ਜਲਾਦ ਰੁਕ ਗਿਆ। ਆਖਿਆ ਦੱਸ ਹੁਣ? ਆਖਿਆ ਮਿੱਤਰਾ ਹੁਣ ਅਟਕਣਾ, ਹੁਣ ਅਟਕਣਾ। ਆਰਾ ਪਿਆਰਾ ਲਗਤ ਹੈ, ਸਹਿਜੇ ਸਹਿਜੇ ਜਾਏ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਹੁਣ ਇਹਦੇ ਤੋਂ ਵਾਕਿਫ ਹੋ ਗਿਆ, ਇਹਦੇ ਵਿੱਚ ਜ਼ਿਆਦਾ ਆਨੰਦ ਹੈ। ਆਰੇ ਦੇ ਨਾਲ ਸ਼ਹੀਦ ਹੋਣਾ, ਤਨ ਚਰਾਉਣਾ, ਇਹਦੇ ਵਿੱਚ ਜ਼ਿਆਦਾ ਆਨੰਦ ਹੈ। ਕਹਿੰਦੇ ਜਦੋਂ ਸਰਮੱਦ ਵਰਗੇ ਫਕੀਰ ਨੂੰ ਮਾਰਨ ਲੱਗੇ ਨਾ, ਮੌਤ ਦੀ ਸਜ਼ਾ ਹੋਈ ਤੇ ਜਲਾਦ ਆਇਆ, ਕਹਿੰਦੇ ਮਿਸ਼ਰੀ ਦੀ ਡਲੀ ਕੱਢ ਕੇ ਤੇ ਜਲਾਦ ਦੇ ਮੂੰਹ ਵਿੱਚ ਪਾਈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਰਬੱਤ ਵਰਗੇ ਫਕੀਰਾਂ ਨੇ, ਜਿਨ੍ਹਾਂ ਨੇ ਸਮਝ ਲਿਆ ਕਿ ਇਹ ਪੇਕਾ ਘਰ ਹੈ, ਸਹੁਰੇ ਘਰ ਜਾਣਾ ਹੈ, ਇਹਨਾਂ ਦੇ ਜ਼ਰੀਏ ਚਲੇ ਜਾਵਾਂਗੇ ਤੇ ਤਾਂ ਕੋਈ ਗੱਲ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਹਿੰਦੇ ਸਰੀਰ ਦਾ ਠੀਕਰਾ ਤਾਂ ਮੈਂ ਫੋੜਨਾ ਹੀ ਸੀ, ਠੀਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨ। ਪ੍ਰਾਪੁਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਘਰ ਹੈ।
ਬੇਅੰਤ ਪ੍ਰਮਾਣ ਐਸੇ ਮਿਲਦੇ ਨੇ। ਕਹਿੰਦੇ ਜਦੋਂ ਸੁਕਰਾਤ ਨੂੰ ਮੌਤ ਦਾ ਘਾਟ ਉਤਾਰਨ ਵਾਸਤੇ ਜ਼ਹਿਰ ਦਾ ਪਿਆਲਾ ਦਿੱਤਾ ਜਾ ਰਿਹਾ ਸੀ ਨਾ, ਜ਼ਹਿਰ ਦਾ ਪਿਆਲਾ ਹੱਥ ਵਿੱਚ ਫੜਿਆ ਹੋਇਆ, ਜਿਨ੍ਹਾਂ ਨੇ ਸਮਝ ਲਿਆ ਕਿ ਇਹ ਸਾਡਾ ਪੇਕਾ ਘਰ ਹੈ ਤੇ ਸਹੁਰੇ ਘਰ ਜਾਣਾ ਪੈਣਾ ਹੈ, ਆਪਣੇ ਹੱਸ ਹੱਸ ਕੇ ਸੰਗੀ ਸਾਥੀਆਂ ਨੂੰ ਸਲਾਹਾਂ ਦਿੰਦੇ ਨੇ, ਉਹਨਾਂ ਨਾਲ ਗੱਲਾਂ ਕਰਦੇ ਨੇ। ਜ਼ਹਿਰ ਦਾ ਪਿਆਲਾ ਹੱਥ ਵਿੱਚ ਹੈ। ਸੰਗੀ ਸਾਥੀ ਕਹਿਣ ਲੱਗੇ, ਇਹ ਕੀ, ਤੁਹਾਡੇ ਸਾਹਮਣੇ ਮੌਤ ਖੜੀ ਹੈ ਤੇ ਹੱਸ ਹੱਸ ਕੇ ਗੱਲਾਂ ਕਰਦੇ ਹੋ? ਕਹਿੰਦੇ ਕਿਉਂ ਨਾ ਭਾਈ, ਕਿਉਂਕਿ ਮੈਂ ਆਪਣੇ ਸਹੁਰੇ ਘਰ ਜਾ ਰਿਹਾ। ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਮੈਨੂੰ ਸੱਦਾ ਆ ਗਿਆ। ਇੱਕ ਹੋਰ ਬੇਨਤੀ ਕਰਾਂ, ਇੱਕ ਸ਼ਬਦ ਯਾਦ ਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ, ਕਿਉਂਕਿ ਪ੍ਰਕਰਨ ਮੌਤ ਦਾ ਸੋਲਾ ਖੁਸ਼ੀ ਦਾ ਗੀਤ ਹੈ, ਖੁਸ਼ੀ ਦਾ ਗੀਤ ਹੈ, ਸਮਝਣਾ ਇਸ ਨੂੰ ਤੁਸੀਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਸ਼ਬਦ ਆਉਂਦਾ ਹੈ ਪਾਤਸ਼ਾਹ ਜੀ ਦਾ, ਮਾਰੂ ਰਾਗ ਅੰਦਰ। ਉੱਥੇ ਇਸਤਰੀ ਜਿਹੜੀ ਕਾਇਆ ਹੈ ਨਾ, ਉਹ ਆਪਣੇ ਪਤੀ ਨੂੰ ਬੇਨਤੀ ਕਰਦੀ ਹੈ। ਕੀ ਬੇਨਤੀ ਕਰਦੀ? ਧੰਨ ਕਹੈ ਤੂੰ ਵਸ ਮੈਂ ਨਾਲੇ। ਧੰਨ ਇਸਤਰੀ, ਕਾਇਆ ਰੂਪੀ ਇਸਤਰੀ ਆਪਣੇ ਪਤੀ ਨੂੰ ਬੇਨਤੀ ਕਰਦੀ, ਤੂੰ ਮੇਰੇ ਨਾਲ ਰਹਿ। ਪ੍ਰੈ ਸੁਖਵਾਸੀ ਬਾਲ ਗੋਪਾਲੇ। ਜਿਵੇਂ ਦੁਨਿਆਵੀ ਇਸਤਰੀ ਆਪਣੇ ਪਤੀ ਨੂੰ ਕਵੇ ਕਿ ਤੂੰ ਮੈਨੂੰ ਛੱਡ ਕੇ ਨਾ ਜਾਵੀਂ, ਮੈਂ ਤੇਰੇ ਤੋਂ ਬਿਨਾਂ ਕਾਹੇ ਜੋਗੀ ਨਹੀਂ, ਜਿਹਦੀ ਪਤੀ ਵਰਤਾ ਇਸਤਰੀ ਹੈ। ਧੰਨ ਕਹੈ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹੋ ਕਿਤ ਹੀ ਨਾ ਲੇਖੈ, ਮੈਂ ਤੇਰੇ ਤੋਂ ਬਿਨਾਂ ਕਾਹੇ ਜੋਗੀ ਨਹੀਂ। ਬਚਨ ਦੇ ਛੋੜ ਨਾ ਜਾਸਾ ਹੈ, ਤੂੰ ਮੇਰੇ ਨਾਲ ਵਾਅਦਾ ਕਰਕੇ ਮੈਨੂੰ ਛੱਡ ਕੇ ਨਹੀਂ ਜਾਏਗਾ। ਪਰ ਅੱਗੋਂ ਜੀਵ ਆਤਮਾ ਰੂਪੀ ਪਤੀ ਕੀ ਕਹਿੰਦਾ ਕਾਇਆ ਰੂਪੀ ਇਸਤਰੀ ਨੂੰ? ਫਿਰ ਕਹਿਆ ਹੋ ਹੁਕਮੀ ਬੰਦਾ, ਮੈਂ ਤਾਂ ਅਕਾਲ ਪੁਰਖ ਵਾਹਿਗੁਰੂ ਖਸਮ ਦੇ ਹੁਕਮ ਦਾ ਬੱਧਾ ਹੋਇਆ। ਹੁਕਮ ਵੀ ਉਹਦਾ ਹੈ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਉਹ ਅਕਾਲ ਪੁਰਖ ਵਾਹਿਗੁਰੂ, ਉਹ ਭਾਰਾ ਐਡਾ, ਉਹਨੂੰ ਕਿਸੇ ਦੀ ਕਾਣ ਨਹੀਂ ਹੈ। ਹਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ, ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ। ਜਿੰਨਾ ਚਿਰ ਮੇਰੇ ਮਾਲਕ ਨੇ ਮੈਨੂੰ ਤੇਰੇ ਨਾਲ ਰਹਿਣ ਦਾ ਹੁਕਮ ਕੀਤਾ, ਮਾਤ ਲੋਕ ਦੇ ਵਿੱਚ ਮੈਂ ਰਵਾਂਗਾ। ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਫਿਰ ਕੀ ਹੋਇਆ? ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਊਠ ਸਿਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮਹਾਸਾ ਹੈ। ਇਹ ਜੀਵ ਰੂਪੀ ਇਸਤਰੀ, ਇਹਨੇ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾਣਾ। ਜਿਨ੍ਹਾਂ ਨੇ ਸਮਝ ਲਿਆ, ਉਹਨਾਂ ਨੇ ਮੌਤ ਨੂੰ ਵੀ ਆਨੰਦਮਈ ਗੀਤ ਸਮਝ ਕੇ ਤੇ ਗਲ ਨਾਲ ਲਾ ਲਿਆ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਮੌਤ ਤੋਂ ਡਰੇ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਕਹਿੰਦੇ, ਤਿਤ ਘਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ। ਉਸ ਅਕਾਲ ਪੁਰਖ ਵਾਹਿਗੁਰੂ ਸਿਰਜਨਹਾਰ ਨੂੰ ਸਿਮਰਨਾ ਕਰੋ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਬਾਣੀ ਨੂੰ ਕੰਠ ਕਰੋ। ਜਦੋਂ ਤੁਸੀਂ ਚੌਂਕੜਾ ਮਾਰ ਕੇ ਕਿਤੇ ਗੁਟਕਾ ਸਾਹਿਬ ਜਾਂ ਮੋਬਾਈਲ ਫੜ ਕੇ ਬਾਣੀ ਪੜ੍ਹੋਗੇ ਨਾ, ਤੁਹਾਨੂੰ ਆਨੰਦ ਨਹੀਂ ਆਵੇਗਾ, ਕਿਉਂਕਿ ਨੀਂਦ ਆ ਜਾਵੇਗੀ ਤੁਹਾਨੂੰ। ਨਾਲ ਨਾਲ ਨਾ ਤਾਂ ਗੁਟਕਾ ਸਾਹਿਬ ਤੁਹਾਡੇ ਹੱਥ ਵਿੱਚ ਰਹੇਗਾ, ਨਾ ਮੋਬਾਈਲ ਰਹੇਗਾ। ਬੜੇ ਪਿਆਰ ਦੇ ਨਾਲ ਬਾਣੀ ਦਾ ਜਾਪ ਕਰਿਆ ਕਰੋ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ। ਉਸ ਘਰ ਦੇ ਵਿੱਚ ਸਾਹਿਬ ਜੀ ਕਹਿੰਦੇ ਸੋਹਲੇ ਗਾਓ, ਵਾਹਿਗੁਰੂ ਪ੍ਰਮਾਤਮਾ ਦੇ ਗੀਤ ਗਾਓ। ਗਾਉਣੇ ਕਿਵੇਂ ਨੇ? ਸਿਵਰਿਓ ਸਿਰਜਣਹਾਰੋ। ਉਸ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਹੈ, ਉਹਦੀ ਯਾਦ ਦੇ ਵਿੱਚ ਗੀਤ ਗਾਉਣੇ ਨੇ, ਬਾਣੀ ਪੜ੍ਹਨੇ ਨੇ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੇ ਨਿਰਭਉ ਦਾ ਸੋਹਿਲਾ ਗਾਓ, ਅਕਾਲ ਪੁਰਖ ਵਾਹਿਗੁਰੂ ਦਾ ਸੋਹਿਲਾ ਗਾਓ, ਖੁਸ਼ੀ ਦਾ ਗੀਤ ਗਾਓ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ, ਹਉ ਵਾਰੀ ਜਿਤ ਸੋਹਿਲਾ। ਐਸੇ ਸੋਹਿਲਾ, ਐਸੇ ਅਕਾਲ ਪੁਰਖ ਵਾਹਿਗੁਰੂ ਦੇ ਉਸਤਤ ਦੇ ਗੀਤ ਤੋਂ ਮੈਂ ਸਦਕੇ ਜਾਣਾ, ਜਿਹਦੇ ਗਾਉਣ ਦੇ ਨਾਲ ਸਦਾ ਸੁਖ ਹੋਏ, ਸਦਾ ਸਦੀਵ ਸੁਖ ਬਣਿਆ ਰਹਿੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਬਾਣੀ ਅੰਦਰ ਬਾਰ-ਬਾਰ ਜ਼ਿਕਰ ਆਇਆ,
ਹੋਂ ਕੁਰਬਾਨੇ ਜਾਓ ਮਿਹਰਬਾਨਾ। ਇੱਥੇ ਵੀ ਸਦਕੇ ਜਾਣ ਦੀ, ਕੁਰਬਾਨ ਜਾਣ ਦੀ ਗੱਲ ਕੀਤੀ ਹੈ। ਇੱਥੇ ਵੀ ਸਦਕੇ ਜਾਣ ਦੀ, ਕੁਰਬਾਨ ਸਦਕੇ ਇੱਕ ਹੀ ਗੱਲ ਹੈ। ਬਲਹਾਰ ਨੇ ਜਾਣਾ, ਸਦਕੇ ਜਾਣਾ, ਇੱਕ ਹੀ ਅਰਥ ਨੇ। ਮਹਾਰਾਜ ਕਹਿੰਦੇ ਨੇ ਹੋਂ ਕੁਰਬਾਨੇ ਜਾਓ ਮਿਹਰਬਾਨਾ, ਹੋਂ ਕੁਰਬਾਨੇ ਜਾਓ, ਹੋਂ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਮ, ਹੋਂ ਵਾਰੀ ਜਿਤ ਸੋਹਿ ਲੈ ਸਦਾ ਸੁਖ ਹੋਏ। ਲੈਣ ਜੋ ਤੇਰਾ ਨਾਮ ਤਿਨਾ ਕਹਿ ਹੋਂ ਸਦ ਕੁਰਬਾਨੇ ਜਾਓ। ਸਾਹਿਬ ਜੀ ਕਹਿੰਦੇ ਮੈਂ ਐਸੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਤੋਂ, ਉਹਦੀ ਉਸਤਤ ਭਰੇ ਗੀਤ ਤੋਂ ਮੈਂ ਵਾਰ-ਵਾਰ ਸਦਕੇ ਜਾਣਾ, ਜਿਹਦੇ ਗਾਉਣ ਦੇ ਨਾਲ ਸਦਾ ਸੁਖ ਮਨ ਵਸੈ, ਦੁੱਖ ਸੰਸਾਰੈ ਖੋਵੈ। ਸਦਾ ਹੀ ਮਨ ਵਿੱਚ ਸੁੱਖ ਦਾ ਪ੍ਰਵੇਸ਼ ਹੋ ਜਾਂਦਾ ਹੈ, ਦੁੱਖ ਦਾ ਨਾਸ ਹੋ ਜਾਂਦਾ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਸਾਹਿਬ ਜੀ ਕਿਰਪਾ ਕਰਦੇ। ਨਿਤ ਨਿਤ ਜੀਅੜੇ ਸੰਭਾਲੀ ਅੰਨ, ਉਹ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਨਿਤ ਨਿਤ ਨਿਤਾ ਪ੍ਰਤੀ ਆਪਣੇ ਜੀਵਨ ਦੀ ਸੰਭਾਲ ਕਰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਨਿਤ ਨਿਤ ਜੀਅੜੇ ਸੰਭਾਲੀ ਅੰਨ, ਦੇਖੇਗਾ ਦੇਵਨਹਾਰ। ਉਹ ਦੇਖ ਰਿਹਾ ਹੈ, ਦੇਵਨਹਾਰ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਨੂੰ ਦੇਖ ਵੀ ਰਿਹਾ ਹੈ, ਉਹ ਆਪਣੇ ਜੀਵਾਂ ਦੀ ਸੰਭਾਲ ਵੀ ਕਰ ਰਿਹਾ ਹੈ। ਉਹ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਰਿਜ਼ਕ ਪਹੁੰਚਾ ਰਿਹਾ ਹੈ। ਕੈਸਾ ਹੈ ਨਾ, ਸਾਡੇ ਪਰਿਵਾਰ ਦੇ ਵਿੱਚ 2 ਮੈਂਬਰਾਂ ਦਾ ਸਾਡੇ ਕੋਲ ਖਿਆਲ ਨਹੀਂ ਰੱਖਿਆ ਜਾਂਦਾ, ਉਹ ਅਕਾਲ ਪੁਰਖ ਵਾਹਿਗੁਰੂ ਐਡਾ ਬੇਅੰਤ ਹੈ, ਉਹ ਕੀੜਿਆਂ ਨੂੰ ਵੀ ਪੱਥਰਾਂ ਦੇ ਵਿੱਚ ਰਿਜ਼ਕ ਪਹੁੰਚਾਉਂਦਾ, ਉਹਨੂੰ ਫਿਕਰ ਹੈ। ਨਿਤ ਨਿਤ ਜੀਅੜੇ, ਜੀਅੜੇ ਦੇ ਅਰਥ ਨੇ ਸਾਰੇ ਜੀਵ ਜੰਤੂ। ਸੰਭਾਲੀਨ ਦੇਖੇਗਾ ਦੇਵਨਹਾਰ, ਸੰਭਾਲ ਨਹੀਂ ਕਰ ਰਿਹਾ, ਦੇਖ ਵੀ ਰਿਹਾ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੰਭਾਰ। ਕਹਿੰਦੇ ਉਹਦੀਆਂ ਦਾਤਾਂ, ਦਿੱਤੀਆਂ ਹੋਈਆਂ ਦਾਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਤੇ ਦੇਣ ਵਾਲੇ ਦਾਤੇ ਦਾ ਅੰਤ ਕਿਵੇਂ ਕੋਈ ਪਾ ਸਕਦਾ ਹੈ। ਤੇਰੇ ਦਾਤੇ ਕਵਣ ਸੰਭਾਰ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਉਹ ਜੋ ਕੁਛ ਪਾਇਆ ਸੋ ਏਕਾ ਵਾਰ। ਆ ਜਿਹੜੀ ਹਵਾ ਹੈ, ਇਹ ਕੋਈ ਸਾਨੂੰ ਮੁੱਲ ਲੈਣੀ ਪੈ ਰਹੀ ਹੈ, ਇਹਦੀ ਕੋਈ ਕੀਮਤ ਪਾ ਸਕਦਾ ਹੈ? ਇਹ ਜਿਹੜੀ ਆਬੋ ਹਵਾ ਹੈ ਪੌਣ ਪਾਣੀ ਦੀ, ਇਹਦੀ ਕੋਈ ਸਾਨੂੰ ਕੋਈ ਕੀਮਤ ਪਾ ਸਕਦਾ ਹੈ? ਨਹੀਂ ਪੈ ਸਕਦੀ। ਉਹਦੇ ਦਿੱਤੇ ਹੋਏ ਦਾਤਾਂ ਦੀ, ਬੇਅੰਤ ਪਦਾਰਥਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਤੇ ਉਸ ਦਾਤੇ ਦਾ ਅੰਤ ਪਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਅੰਤ ਕੋ ਪਾਹਣ ਜੋਗ ਹੈ, ਸੇ ਆਏ ਅੰਤ ਗਵਾਏ। ਉਹ ਤਾਂ ਇਉਂ ਹੈ ਕਿ ਜਿਵੇਂ ਇੱਕ ਲੂਣ ਦੀ ਡਲੀ ਸਮੁੰਦਰ ਦਾ ਅੰਤ ਪਾਉਣ ਵਾਸਤੇ ਗਈ ਸੀ, ਵਾਪਸ ਨਹੀਂ ਆਈ, ਉਹ ਵਿੱਚ ਹੀ ਅਭੇਦ ਹੋ ਗਈ, ਉਹਦਾ ਅੰਤ ਨਹੀਂ ਪਾ ਸਕੀ। ਸਾਡੀ ਹਾਲਤ ਵੀ ਉਹ ਹੈ ਜੀਵਾਂ ਦੇ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੰਭਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਜਦੋਂ ਲੜਕੀ ਦਾ ਵਿਆਹ ਹੁੰਦਾ ਹੈ ਨਾ, ਉਦੋਂ ਮਈਏ ਪਾਏ ਜਾਂਦੇ ਨੇ। ਇੱਧਰ ਦੀ ਮਾਲਵੇ ਦੀ ਭਾਸ਼ਾ ਵਿੱਚ ਮਈਆ ਹੈ, ਮਾਝੇ ਦੀ ਦੁਆਬੇ ਦੇ ਵਿੱਚ ਤੇਲ ਚੜਾਉਣ ਦੀ ਗੱਲ ਕੀਤੀ ਜਾਂਦੀ ਹੈ ਕਿ ਲੜਕੀ ਦੇ ਸਿਰ ਵਿੱਚ ਸਖੀਆਂ ਸਹੇਲੀਆਂ ਆਣ ਕੇ ਤੇਲ ਚੜਾਉਂਦੀਆਂ ਨੇ। ਸਤ ਸੰਗਤ ਰੂਪੀ ਸਹੇਲੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੇਰਾ ਹੁਣ ਸਾਹਾ ਮਿਥਿਆ ਜਾ ਚੁੱਕਾ ਹੈ, ਤੇ ਕਿਹੜਾ ਤੇਲ ਪਵਾਉਣਾ ਹੈ? ਸਤ ਸੰਗਤ ਰੂਪੀ ਸਹੇਲੀਆਂ ਦੇ ਕੋਲੋਂ। ਦੇਹੋ ਸੱਜਣ ਅਸੀਂ ਸੜੀਆਂ। ਜਦੋਂ ਬੱਚੀ ਨੂੰ ਤੇਲ ਚੜ੍ਹਦਾ ਹੈ ਨਾ, ਤਾਂ ਉਦੋਂ ਗੀਤ ਗਾਉਂਦੀਆਂ ਨੇ, ਖੁਸ਼ੀ ਦੇ ਗੀਤ ਗਾਉਂਦੀਆਂ ਨੇ। ਹੁਣ ਅਸੀਂ ਕਿਹੜਾ ਤੇਲ ਪਵਾਉਣਾ ਹੈ? ਸਾਡਾ ਵੀ ਸਾਹਾ ਮਿਥਿਆ ਹੋਇਆ ਹੈ, ਸਾਡੇ ਵੀ ਜਾਣ ਦੀ ਤਰੀਕ, ਸਮਾਂ ਨਿਯਤ ਹੋਇਆ ਹੈ। ਅਸੀਂ ਸਤ ਸੰਗਤ ਦੇ ਵਿੱਚ ਆਣ ਕੇ ਕਿਹੜਾ ਤੇਲ ਪਵਾਉਣਾ? ਅਸੀਸਾਂ ਰੂਪੀ ਤੇਲ। ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਇਹ ਅਸੀਸਾਂ ਦੇਵੋ, ਇਹ ਅਸੀਸਾਂ ਰੂਪੀ ਤੇਲ ਮੇਰੇ ਸਿਰ ਵਿੱਚ ਪਾਓ, ਮੇਰੀ ਸਖੀਓ ਸਹੇਲੀਓ। ਮੇਰਾ ਸਾਹਾ ਮਿਥਿਆ ਜਾ ਚੁੱਕਾ ਹੈ। ਮੇਰੇ ਵਰਨ ਵਾਲੇ ਪਾਹੂ ਘਰ ਆਏ, ਮੁਕਲਾਊ ਆਏ, ਮੁਕਲਾਵਾ ਲੈਣ ਵਾਲੇ ਪ੍ਰਾਹੁਣੇ ਘਰ ਵਿੱਚ ਆ ਕੇ ਬੈਠੇ ਨੇ। ਮੇਰੇ ਸਿਰ ਵਿੱਚ ਅਸੀਸਾਂ ਰੂਪੀ ਤੇਲ ਪਾਓ। ਘਰ ਘਰ ਇਹੋ ਪਹੁੰਚਾ ਸਦੜੇ ਨੇ ਤਪਵਨ। ਘਰ ਘਰ ਦੇ ਵਿੱਚ ਮੌਤ ਰੋਜ਼ਾਨਾ ਦਸਤਕ ਦਿੰਦੀ ਹੈ। ਸਦੜੇ ਆਏ ਤੇ ਨਾ ਜਾਣੀਆਂ, ਕਿਸੇ ਨਾ ਕਿਸੇ ਨੂੰ ਸੱਦਾ ਆ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਦਰ ਕਰਦਾ। ਕਿਸੇ ਨਾ ਕਿਸੇ ਦੇ ਦਰਵਾਜ਼ੇ ਤੇ ਮੌਤ ਰੋਜ਼ ਦਸਤਕ ਦੇ ਰਹੀ ਹੈ।
ਕੁੰਡਾ ਖੜਕਾ ਰਹੀ ਹੈ। ਸੱਦੜੇ ਨਿਤ ਪਵਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਰੀਏ? ਮੌਤ ਤਾਂ ਹਰ ਘਰ ਵਿੱਚ ਆਣ ਕੇ ਕਿਸੇ ਨਾ ਕਿਸੇ ਦੇ ਘਰ ਵਿੱਚ ਕੋਈ ਸੱਦਾ ਆਉਂਦਾ ਹੀ ਆਉਂਦਾ ਹੈ। ਕਈ ਵਾਰੀ ਅਸੀਂ ਪਿੰਡਾਂ ਵਿੱਚ ਰਹਿੰਦੇ ਹਾਂ ਨਾ, ਪਿੰਡਾਂ ਵਿੱਚੋਂ ਜਦੋਂ ਅਸੀਂ ਕਿਤੇ ਸ਼ਮਸ਼ਾਨ ਘਾਟ ਨੂੰ ਕਿਸੇ ਮ੍ਰਿਤਕ ਪ੍ਰਾਣੀ ਦੇ ਨਾਲ ਜਾਂਦੇ ਹਾਂ ਨਾ, ਲੋਕਾਂ ਦੇ ਘਰਾਂ ਦੇ ਜਿਹੜੇ ਦਰਵਾਜ਼ੇ ਹੁੰਦੇ ਸਨ ਲੋਕ ਬੰਦ ਕਰ ਲੈਂਦੇ ਨੇ, ਅਪਸ਼ਗਨ ਮੰਨਦੇ ਨੇ, ਲਾਸ਼ ਮੱਥੇ ਲੱਗ। ਮਹਾਰਾਜ ਕਹਿੰਦੇ ਨਹੀਂ, ਅੱਖਾਂ ਖੋਲ ਕੇ ਵੇਖੋ, ਅੱਜ ਇਹ ਜਾ ਰਿਹਾ ਹੈ, ਕੱਲ ਤੂੰ ਵੀ ਜਾਣਾ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨੂੰ ਸਵੀਕਾਰ ਕਰ। ਸੱਦੜੇ ਨਿਤ ਪਵਨ। ਫਿਰ ਸੱਚੇ ਪਾਤਸ਼ਾਹ ਕਰੀਏ ਕੀ? ਸਾਹਿਬ ਜੀ ਕਹਿੰਦੇ ਸੱਦਣਹਾਰਾ ਸਿਮਰਿਐ। ਉਹ ਸੱਦਣਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੀਏ ਸਵਾਸ ਸਵਾਸ। ਨਾਨਕ ਸੇ ਦੇਹ ਆਵਨ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਆਇਆ ਸਫਲਾ ਹੁੰਦਾ ਹੈ ਜਿਹੜੇ ਉਸ ਸੱਦਣਹਾਰੇ ਨੂੰ ਯਾਦ ਕਰਦੇ ਨੇ, ਜਿਹਦੇ ਕੋਲੋਂ ਸਾਨੂੰ ਸੰਦੇਸੇ ਆਉਂਦੇ ਨੇ, ਜਿਹੜਾ ਸਾਨੂੰ ਸੰਦੇਸੇ ਭੇਜਦਾ ਪਿਆ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਸੱਦਣਹਾਰਾ ਸਿਮਰਿਐ। ਸੱਦਣਹਾਰੇ ਨੂੰ ਯਾਦ ਕਰੋ, ਉਹਨੂੰ ਸਿਮਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੁਣ ਅੱਜ ਸੋਹਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਆਰੰਭ ਹੋਇਆ, ਕਥਾ ਆਰੰਭ ਹੋਈ ਹੈ, 5 ਦਿਨ ਚੱਲਣੀ ਹੈ। ਸਾਰਿਆਂ ਨੂੰ ਬੇਨਤੀ ਕਰਾਂ, ਇੱਕ ਇੱਕ ਸ਼ਬਦ ਵੀ ਅਸੀਂ ਕੰਠ ਕਰੀਏ ਨਾ ਸੋਹਲਾ ਸਾਹਿਬ ਜੀ ਦਾ, 5 ਦਿਨਾਂ ਵਿੱਚ ਸ਼ਬਦ ਕੰਠ ਹੋ ਜਾਣਾ, ਕੋਈ ਵੱਡੀ ਗੱਲ ਨਹੀਂ ਹੈ। ਆਪਣੀਆਂ ਨਿਤਨੇਮ ਦੀਆਂ ਬਾਣੀਆਂ ਦਾ ਇਹਨੂੰ ਹਿੱਸਾ ਬਣਾਈਏ। ਗੁਰੂ ਸਾਹਿਬ ਨੇ ਹੁਕਮ ਜੋ ਕੀਤਾ, ਜਿਹੜੇ ਨਹੀਂ ਅਜੇ ਜਾਪ ਕਰਦੇ ਉਹਨਾਂ ਨੂੰ ਬੇਨਤੀ ਹੈ ਸੋਹਲਾ ਸਾਹਿਬ ਜੀ ਦਾ ਜਾਪ ਜ਼ਰੂਰ ਕਰੋ। ਕਰਤੇ ਦੇ ਸੋਹਲੇ ਨੇ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਨੇ, ਭੁੱਲਾਂ ਦੀ ਖਿਮਾ। ਕਥਾ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਗੁਰੂ ਰਾਮਦਾਸ ਜੀ ਦੇ ਦਰ ਦਾਦਨਾ ਜਾਂ ਸੇਵਕ ਸਮਝ ਕੇ ਮਾਫ ਕਰ ਦੇਣੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ। ਮੇਰੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ, ਉਹਨਾਂ ਦਾ ਧੰਨਵਾਦ ਹੈ। ਕੋਟਾਨ ਕੋਟ ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।